ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਜੀਓ ਤੈਂ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੇ। ਦੇ ਅਨਿਤ ਨਾ ਨਿਤ ਰਹੈ, ਜਸ ਨਾਮ ਚੜੇ ਭਵ ਸਾਗਰ ਤਾਰੇ। ਗਿਆਨੀ ਕੀ ਵੱਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬਹਾਰੇ। ਤੀਰਜ ਧਾਮ ਬਣਾਏ ਹੋ ਤਨ, ਬੁੱਧ ਸੰਦੀਪਕ ਜਿਉ ਜਿਆਰੇ। ਗਿਆਨੀ ਕੀ ਵੱਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ 9 ਪੋਹ ਹੈ ਤੇ 8 ਪੋਹ ਨੂੰ ਜਿਹੜੀ ਚਮਕੌਰ ਸਾਹਿਬ ਸੱਚੇ ਪਾਤਸ਼ਾਹ ਨੇ ਭਾਣਾ ਵਰਤਾਇਆ, ਉਹ 8 ਪੋਹ ਦੀ ਆਪਾਂ ਗੱਲ ਆਪਦੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਹਾਂ। ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 7 ਪੋਹ ਨੂੰ ਚਮਕੌਰ ਸਾਹਿਬ ਪਹੁੰਚ ਜਾਂਦੇ ਨੇ ਤੇ 8 ਪੋਹ ਦਾ ਜਦੋਂ ਦਿਨ ਚੜ੍ਹਿਆ ਨਾ, ਤੇ ਬਹੁਤ ਭਾਰੀ ਜੰਗ ਹੋਈ ਸਾਰੀ ਦਿਹਾੜੀ। ਤੇ ਮਹਾਰਾਜ ਖੁਦ ਜਫਰਨਾਮੇ ਅੰਦਰ ਲਿਖਦੇ ਨੇ ਕਿ ਅਸੀਂ ਭੁੱਖੇ ਭਾਣੇ ਵਿਅਕਤੀ ਤੇ ਸਾਡੇ ਉੱਤੇ 10 ਲੱਖ ਫੌਜ ਆ ਪਈ। ਗੁਰਸ਼ਨਾ ਕੇ ਕਾਰੇ ਕੁਨਦ ਚਹਿਲ ਨਾਰਾ, ਕੇ ਦੈ ਲੱਖ ਬਰ ਆਏ ਦੋ ਬਰੋ ਬੇਖਬਰਾ। ਅਸੀਂ 40 ਬੰਦੇ ਭੁੱਖੇ, ਉਹ ਵੀ ਕਈ ਦਿਨਾਂ ਦੇ ਭੁੱਖੇ। ਜਦੋਂ ਅਸੀਂ ਚਮਕੌਰ ਸਾਹਿਬ ਪਹੁੰਚੇ ਤੇ ਪਿੱਛੇ ਬਹੁਤ ਵੱਡੀ ਸਾਡੇ ਮੁਗਲਿਆ ਫੌਜ ਲੱਗੀ ਹੋਈ ਸੀ, ਉਹ ਵੀ ਪਹੁੰਚ ਗਈ 10 ਲੱਖ ਫੌਜ। ਕਿ ਦੈ ਲੱਖ ਬਰ ਆਏ ਦੋ ਬਰੋ ਬੇਖਬਰਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ 8 ਪੋਹ ਦਾ ਦਿਨ ਚੜਿਆ ਤੇ ਵੇਖਿਆ ਤੇ ਬੜੀ ਦੂਰ ਤੱਕ ਮੁਗਲਿਆ ਫੌਜ ਬੈਠੀ ਹੋਈ ਆ, ਤੇ ਉਹਦੇ 3 ਜਰਨੈਲ ਨੇ ਫੌਜ ਦੇ, ਨਾਰ ਖਾਂ, ਅਫਗਾਨ ਖਾਨ ਤੇ ਖਵਾਜਾ ਮਰਦੂਦ। ਤੇ ਮਹਾਰਾਜ ਬੜੇ ਆਪਾਂ ਸੰਖੇਪ ਨਾਲ ਹੁਣ ਗੱਲ ਕਰ ਰਹੇ ਹਾਂ, ਆਪਾਂ 9 ਪੋਹ ਦੀ ਗੱਲ ਕਰਨੀ ਅੱਜ। ਤੇ ਮਹਾਰਾਜ ਕਹਿੰਦੇ ਆ ਵੀ ਜਦੋਂ 8 ਪੋਹ ਦਾ ਦਿਨ ਚੜਿਆ ਤੇ ਸਭ ਤੋਂ ਪਹਿਲਾਂ ਜਿਹੜਾ ਫੌਜ ਦਾ ਜਰਨੈਲ ਸੀ ਨਾਰ ਖਾਂ, ਉਹ ਪੌੜੀ ਲਾ ਕੇ ਤੇ ਗੜੀ ਤੇ ਚੜ੍ਹਨ ਲੱਗਾ। ਤੇ ਜਦੋਂ ਚੜ੍ਹਦਾ ਚੜ੍ਹਦਾ ਤਾਂ ਆਇਆ ਤੇ ਅਸੀਂ ਝੂੰਦੀ ਦਮਕੇ ਨਾਹਰ ਬਿਆਮਦ ਬਜੰਗ, ਚਸੀਦੇ ਜਕੇ ਤੀਰ ਮਨ ਬੇਦ ਰੰਗ। ਝੂਦੀ ਦਮ ਮੈਂ ਆਪਣੀ ਅੱਖਾਂ ਦੇ ਨਾਲ ਉਸ ਨੂੰ ਵੇਖਿਆ, ਬੜੀ ਕਾਹਲੀ ਦੇ ਨਾਲ, ਬੜੀ ਛੇਤੀ ਦੇ ਨਾਲ। ਮਹਾਰਾਜ ਕਹਿੰਦੇ ਆ ਵੀ ਅਸੀਂ ਇੱਕ ਤੀਰ ਉਸ ਨੂੰ ਬਖਸ਼ ਦਿੱਤਾ। ਤਸੀਦੇ ਜੱਕੇ ਤੀਰ ਮਨ ਬੇਦ ਰੰਗ, ਮੈਂ ਬੜੀ ਕਾਹਲੀ ਦੇ ਨਾਲ, ਬੜੀ ਛੇਤੀ ਦੇ ਨਾਲ, ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇੱਕ ਤੀਰ ਉਸ ਨੂੰ ਨਾਰ ਖਾਂ ਨੂੰ ਮਾਰ ਦਿੱਤਾ। ਤੇ ਜਦੋਂ ਫੌਜ ਦਾ ਜਰਨੈਲ ਮਾਰਿਆ ਜਾਵੇ ਤੇ ਫੌਜਾਂ ਦੇ ਹੌਸਲੇ ਟੁੱਟ ਜਾਂਦੇ ਨੇ। ਤੇ ਮੈਂ ਕੱਲ ਇੱਕ ਗੱਲ ਕਹੀ ਸੀ ਕਥਾ ਕਰਦਿਆਂ ਹੋਇਆ
ਕੱਲ ਮੈਂ ਇੱਕ ਪੋਸਟ ਵੀ ਪਾਈ ਸੀ ਵੀ ਗੁਰੂ ਉਹ ਨਹੀਂ ਹੈ ਜਿਹੜਾ ਧਰਤੀ ਤੇ ਆ ਕੇ ਕੁਝ ਪ੍ਰਾਪਤ ਕਰੇ। ਬੜੀ ਪਤੇ ਦੀ ਗੱਲ ਕਿਸੇ ਨੇ ਕਹੀ ਹੈ। ਗੁਰੂ ਉਹ ਨਹੀਂ ਆ ਜਿਹੜਾ ਧਰਤੀ ਤੇ ਆ ਕੇ ਕੁਝ ਪ੍ਰਾਪਤ ਕਰੇ। ਗੁਰੂ ਉਹ ਆ ਜਿਹੜਾ ਵਾਰ ਦੇਵੇ, ਜਾਂ ਸਭ ਕੁਝ ਵਾਰ ਦੇਵੇ ਤੇ ਜਾਂ ਵੰਡ ਦੇਵੇ। ਅੱਗੇ ਚੱਲ ਕੇ ਤੇ ਆਪਾਂ ਜ਼ਿਕਰ ਕਰਾਂਗੇ। ਤੇ ਮਹਾਰਾਜ ਕਹਿੰਦੇ ਜਦੋਂ ਫਿਰ ਨਾਰ ਖਾਂ ਮਾਰਿਆ ਗਿਆ ਤੇ ਇਹਦੇ ਪਿੱਛੇ ਖਲੋਤਾ ਹੋਇਆ ਸੀ ਅਫਗਾਨ ਖਾਂ, ਦੂਸਰੀ ਟੁਕੜੀ ਲੈ ਕੇ ਫੌਜ ਦੀ, ਕਿਉਂਕਿ ਫੌਜ ਨੂੰ ਲੜਾਉਣ ਦਾ ਵੀ ਇੱਕ ਤਰੀਕਾ ਹੁੰਦਾ ਹੈ। ਉਹ ਫੌਜਦਾਰ ਨੇ ਫੈਸਲਾ ਕਰਨਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਲੜਨਾ ਹੈ। ਇੱਧਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਫੌਜਾਂ ਦੇ ਜਰਨੈਲ ਨੇ, ਉਹਨਾਂ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਤੇ ਜਿਹੜੀ ਅਕਾਲ ਪੁਰਖ ਦੀ ਫੌਜ ਆ ਉਹਦਾ ਜਰਨੈਲ ਹੈ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ। ਉਧਰ ਵੀ ਜਰਨੈਲ ਖਲੋਤੇ ਨੇ ਤੇ ਇੱਧਰ ਵੀ ਗੜੀ ਦੇ ਅੰਦਰ ਜਰਨੈਲ ਬੈਠਾ ਹੋਇਆ ਹੈ। ਹੁਣ 10 ਲੱਖ ਦੇ ਨਾਲ 40 ਨੂੰ ਲੜਾਉਣਾ, ਕਿਸੇ ਤਰੀਕੇ ਨਾਲ ਲੜਾਉਣਾ ਹੈ। ਤੇ ਮਾਰ ਕਹਿੰਦੇ ਜਦੋਂ ਨਾਰ ਖਾਂ ਮਾਰਿਆ ਗਿਆ ਤੇ ਅਫਗਾਨ ਖਾਂ ਜਦੋਂ ਅੱਗੇ ਆਇਆ ਤੇ ਉਹਨੇ ਆਣ ਕੇ ਗੜੀ ਦਾ ਬੂਹਾ ਤੋੜਨ ਦੀ ਕੋਸ਼ਿਸ਼ ਕੀਤੀ, ਖੋਲਣ ਦੀ ਕੋਸ਼ਿਸ਼ ਕੀਤੀ। ਤੇ ਮਹਾਰਾਜ ਨੇ ਰਣਨੀਤੀ ਬਣਾਈ ਕਿ 5-5 ਸਿੰਘ ਗੜੀ ਤੋਂ ਬਾਹਰ ਕੱਢੀ ਜਾਂਦੇ ਨੇ ਤੇ ਲੜੀ ਜਾਂਦੇ ਨੇ, ਸ਼ਹੀਦ ਹੋਈ ਜਾਂਦੇ ਨੇ। ਸ਼ਾਮਾਂ ਪੈ ਗਈਆਂ, ਅਫਗਾਨ ਖਾਂ ਵੀ ਮਾਰਿਆ ਗਿਆ ਤੇ ਤੀਸਰਾ ਜਰਨੈਲ ਫਿਰ ਮੈਦਾਨੇ ਜੰਗ ਵਿੱਚ ਆਇਆ, ਖਵਾਜਾ ਮਰਦੂਦ। ਕਿਆ ਖਵਾਜਾ ਮਰਦੂਦ ਸਾਏ ਦੀਵਾਰ। ਮਰ ਗਏ ਜਦੋਂ 2 ਜਰਨੈਲ ਮਾਰੇ ਗਏ ਫੌਜ ਦੇ, ਤੇ ਤੀਸਰਾ ਜਰਨੈਲ ਫੌਜ ਦਾ ਜਿਹੜਾ ਸੀ ਖਵਾਜਾ ਮਰਦੂਦ ਸਾਡੇ ਸਾਹਮਣੇ ਆਇਆ। ਉਹ ਜਦੋਂ ਗੜੀ ਵੱਲ ਨੂੰ ਆਇਆ ਨਾ ਤੇ ਮਹਾਰਾਜ ਕਹਿੰਦੇ ਉਹ ਫਿਰ ਜਦੋਂ ਉਹਨੇ ਆਣ ਕੇ ਗੜੀ ਦਾ ਆਲਾ ਦੁਆਲਾ ਦੇਖਿਆ ਕਿ ਸਰੋ ਪਾਏ ਅੰਭੋ ਚੰਦਾ ਸੁਧੇ। ਸਰੋ ਪਾਏ ਅੰਭੋ ਜਿਹਨੂੰ ਅਸੀਂ ਕਹਿੰਦੇ ਉਹ ਚੀਜ਼ ਦਾ ਅੰਬਾਰ ਲੱਗਾ, ਢੇਰ ਲੱਗ ਗਿਆ। ਤੇ ਮਹਾਰਾਜ ਕਹਿੰਦੇ ਗੜੀ ਦੇ ਆਲੇ ਦੁਆਲੇ ਢੇਰ ਲੱਗਾ ਪਿਆ ਹੈ, ਸਿਰਾਂ ਦਾ, ਬਾਹਾਂ ਦਾ, ਲੱਤਾਂ ਦਾ। ਕੋਈ ਤੜਫ ਰਿਹਾ, ਕੋਈ ਮਰ ਰਿਹਾ, ਕਿਸੇ ਦੀ ਜਾਨ ਨਹੀਂ ਨਿਕਲ ਰਹੀ ਤੇ ਧਰਤੀ ਲਾਲੋ ਲਾਲ ਹੋਈ ਪਈ ਹੈ। ਉਹਨੇ ਜਦੋਂ ਇਹ ਨਜ਼ਾਰਾ ਤੱਕਿਆ ਤੇ ਉਹ ਘਾਬਰ ਗਿਆ। ਉਹ ਡਰ ਗਿਆ ਵੀ ਇੰਨੇ ਬੰਦੇ ਇੱਥੇ ਮਾਰੇ ਗਏ, ਵੱਢੇ ਗਏ, ਕੀ ਪਤਾ ਕਿਸ ਤਰ੍ਹਾਂ ਦੇ ਲੋਕ ਗੜੀ ਦੇ ਅੰਦਰ ਬੈਠੇ ਹੋਏ ਨੇ। ਮਰ ਕਹਿੰਦੇ ਕਿ ਆ ਖਵਾਜਾ ਮਰਦੂਦ ਸਾਏ ਦੀਵਾਰ। ਨਿਆਮਤ ਬਾ ਮੈਦਾ ਨਾ ਮਰਦਾਨੇ ਵਾਰ। ਮਹਾਰਾਜ ਕਹਿੰਦੇ ਉਹ ਆਇਆ ਤਾਂ ਠੀਕ ਸੀ ਮੈਦਾਨ ਵਿੱਚ, ਪਰ ਉਹ ਮਰਦਾਂ ਵਾਂਗੂ ਨਹੀਂ ਆਇਆ। ਉਹ ਡਰ ਗਿਆ, ਉਹ ਘਾਬਰ ਗਿਆ। ਉਹ ਵੱਡਿਆਂ ਟੁੱਕਿਆਂ ਬੰਦਿਆਂ ਨੂੰ ਵੇਖ ਕੇ, ਤੜਫ ਰਿਆਂ ਬੰਦਿਆਂ ਨੂੰ ਵੇਖ ਕੇ ਮਹਾਰਾਜ ਕਹਿੰਦੇ ਜਿਹੜਾ ਤੀਸਰਾ ਜਰਨੈਲ ਸੀ ਉਹ ਘਾਬਰ ਗਿਆ। ਦਰੇਗਾ ਹੋਏ ਅਗਰ ਰੂਏ ਦੀਦ ਮੈਂ, ਅਗਰ ਅਸੀਂ ਉਸ ਨੂੰ ਵੇਖ ਲੈਂਦੇ, ਉਸ ਨੂੰ ਤੱਕ ਲੈਂਦੇ। ਬਾਜਕ ਤੀਰ ਲਚਾਰ ਬਖਸ਼ੀਦ ਮੈਂ, ਇੱਕ ਤੀਰ ਉਸ ਨੂੰ ਵੀ ਅਸੀਂ ਬਖਸ਼ਣਾ ਚਾਹੁੰਦੇ ਸੀ, ਪਰ ਉਹ ਸਾਡੇ ਸਾਹਮਣੇ ਨਹੀਂ ਆਇਆ ਤੇ ਤੀਰ ਕਿਵੇਂ ਮਾਰਦੇ ਉਸ ਨੂੰ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਦਿਆਂ ਸ਼ਾਮਾਂ ਪੈ ਗਈਆਂ। 8 ਪੋਹ ਦਾ ਦਿਨ ਸਾਰਾ ਹੀ ਲੰਘ ਗਿਆ ਲੜਦਿਆਂ। ਉਧਰੋਂ ਵੀ ਹਜ਼ਾਰਾਂ ਬੰਦਾ ਮਾਰਿਆ ਗਿਆ ਤੇ ਇਧਰੋਂ ਮਹਾਰਾਜ ਕਹਿੰਦੇ ਸਾਡੇ 32 ਬੰਦੇ ਸ਼ਹੀਦ ਹੋ ਗਏ, 2 ਸਾਹਿਬਜ਼ਾਦੇ, 3 ਪਿਆਰੇ। 32 ਬੰਦੇ ਇਧਰੋਂ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਜਿਹੜੇ 5-5 ਜਥੇ ਭੇਜਦੇ ਸਨ ਬਾਹਰ ਨੂੰ ਮਹਾਰਾਜ, ਪਹਿਲਾਂ ਬਾਬਾ ਅਜੀਤ ਸਿੰਘ ਦਾ ਜਥਾ ਭੇਜਿਆ, ਕਿਉਂਕਿ ਦੁਨੀਆ ਇਹ ਨਾ ਕਹੇ ਕਿ ਲੋਕਾਂ ਦੇ ਪੁੱਤਰਾਂ ਨੂੰ ਮਰਵਾ ਦਿੱਤਾ ਤੇ ਆਪਣਿਆਂ ਨੂੰ ਬਚਾ ਕੇ ਲੈ ਗਿਆ।
ਪਹਿਲੋਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਭੇਜਿਆ ਬਾਹਰ। ਜਦੋਂ ਗੜੀ ਦਾ ਬੂਹਾ ਖੋਲ੍ਹਿਆ ਤੇ ਆਖਿਆ 5 ਬਾਹਰ ਹੋ ਜਾਓ, ਤੇ ਉਹਨਾਂ 5 ਦੀ ਅਗਵਾਈ ਕਰ ਰਿਹਾ ਬਾਬਾ ਅਜੀਤ ਸਿੰਘ। ਫਿਰ ਦੂਸਰਾ ਜਥਾ ਭੇਜਿਆ ਤੇ ਉਹਦੇ ਵਿੱਚ ਆਪਣੇ ਪੁੱਤਰ ਨੂੰ ਭੇਜਿਆ, ਜੁਝਾਰ ਸਿੰਘ ਨੂੰ। ਤੇ ਮਹਾਰਾਜ ਬੈਠੇ ਨੇ ਤੇ ਜੁਝਾਰ ਸਿੰਘ ਨੂੰ ਕਹਿੰਦੇ, ਪੁੱਤ ਸਾਡੇ ਕੋਲ ਆ ਬੇਟਾ। ਤੇ ਜਿਹੜਾ ਬਾਪ ਹੁੰਦਾ ਨਾ, ਪੁੱਤਰਾਂ ਕੋ ਬੜੀਆਂ ਆਸਾਂ ਲਾ ਕੇ ਬੈਠਾ ਹੁੰਦਾ ਹੈ। ਅਸੀਂ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਬੜੀਆਂ ਆਸਾਂ ਲਾਈਆਂ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਨੂੰ ਵੀ ਕੋਈ ਆਸ ਆਪਣੇ ਛੋਟੇ ਪੁੱਤਰ ਜੁਝਾਰ ਸਿੰਘ ਤੇ ਸਾਹਿਬਜ਼ਾਦਾ ਕਹਿਣ ਲੱਗਾ, ਮਹਾਰਾਜ ਮੈਂ ਕੀ ਤੁਹਾਡੀ ਇੱਥੇ ਆਸ ਪੂਰੀ ਕਰਾਂ। ਕਹਿਣ ਲੱਗੇ, ਮੁਝੇ ख्वाहिश ਹੈ, ਮੇਰੀ ख्वाहिश ਪੂਰੀ ਕਰ। ਤੇ ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਕਹਿਣ ਲੱਗਾ, ਮਹਾਰਾਜ ਕੀ ਤੁਹਾਡੀ ख्वाहिश ਹੈ। ਕਹਿਣ ਲੱਗਾ, ਅੱਲਾ ਯਾਰ ਖਾਂ ਜੋਗੀ ਲਿਖਦਾ ਕਿ ਮੁਝੇ ख्वाहिश ਹੈ ਤੁਝੇ ਬਰਸ਼ੀ ਖਾਤੇ ਹੋਏ ਦੇਖੂੰ। ਮੇਰੀ ਇੱਛਾ ਹੈ ਕਿ ਤੁਸੀਂ ਮੈਦਾਨੇ ਜੰਗ ਵਿੱਚ ਜਾਓ ਤੇ ਵੈਰੀਆਂ ਦੇ ਨਾਲ ਲੜੋ। ਇਹ ਦੂਸਰਾ ਜਥਾ ਮਹਾਰਾਜ ਨੇ ਭੇਜਿਆ। ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਸ਼ਾਮਾਂ ਪੈ ਗਈਆਂ। ਜਹਾਨੇ ਚਰਾਗੇ ਸੁਧ ਬੁਰਕਾ ਪੋਸ਼। ਸੂਰਜ ਛਿਪ ਗਿਆ ਤੇ ਜੰਗ ਬੰਦ ਹੋ ਗਈ। ਮਹਾਰਾਜ ਕਹਿੰਦੇ ਵੈਰੀ ਦਲ ਵੀ ਪਿਛਾਂਹ ਨੂੰ ਹਟ ਗਿਆ, ਤੰਬੂਆਂ ਪਿੱਛੇ ਜਾ ਲੁਕੇ। ਉਹ ਠੰਡ ਬੜੀ ਸੀ ਤੇ ਮਹਾਰਾਜ ਗੜੀ ਦੇ ਅੰਦਰ ਬੈਠੇ ਹੋਏ ਨੇ। ਸ਼ਾਮਾਂ ਦਾ ਟਾਈਮ ਆ ਤੇ ਰਹਿ ਰਾਸ ਦਾ ਪਾਠ ਚੱਲਣ ਦਿਆ। ਭਾਈ ਦਇਆ ਸਿੰਘ ਹੋਣੀ ਰਹਿ ਰਾਸ ਦਾ ਪਾਠ ਕਰ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਬੈਠੇ ਹੋਏ ਨੇ ਤੇ ਨਾਲ 7 ਸਿੰਘ ਨੇ ਮਹਾਰਾਜ ਦੇ ਅੰਦਰ ਇਸ ਵੇਲੇ। ਹੁਣ ਮੈਂ ਕੱਲ ਵੀ ਕਥਾ ਕਰਨ ਗਿਆ ਸੀ ਤੇ ਉੱਥੇ ਕਹਿ ਕੇ ਆਇਆ ਸੀ ਕਿ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਡਾ ਵੱਡੀ ਉੱਥੇ ਘਟਨਾ ਵਾਪਰੀ ਹੋਈ ਆ। ਬਾਹਰ 2 ਪੁੱਤਰ ਸ਼ਹੀਦ ਨੇ, 3 ਪਿਆਰੇ ਸ਼ਹੀਦ ਨੇ। ਏਡਾ ਵੱਡਾ ਭਾਣਾ ਵਾਪਰਿਆ ਤੇ ਫੇਰ ਵੀ ਰਹਿ ਰਾਸ ਦੇ ਟਾਈਮ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਰਹਿ ਰਾਸ ਦਾ ਪਾਠ ਪਏ ਸੁਣਦੇ ਨੇ। ਤੇ ਅੱਜ ਵੇਖ ਲਓ ਗੁਰਦੁਆਰਿਆਂ 'ਚ ਰਹਿ ਰਾਸ ਦਾ ਪਾਠ ਹੁੰਦਾ, ਕਿੰਨੇ ਕੁ ਸਿੱਖ ਬੈਠੇ ਹੁੰਦੇ ਨੇ। ਬੜੀ ਬੇਰੁਚੀ ਧਰਮ ਵੱਲੋਂ ਹੋ ਗਈ ਲੋਕਾਂ ਦੀ। ਮਹਾਰਾਜ ਬੈਠੇ ਹੋਏ ਨੇ ਤੇ ਭਾਈ ਦਇਆ ਸਿੰਘ ਜੀ ਰਹਿ ਰਾਸ ਦਾ ਪਾਠ ਪਏ ਕਰਦੇ ਨੇ ਤੇ ਮਹਾਰਾਜ ਸੁਣ ਰਹੇ ਨੇ। ਪਾਠ ਹੋਇਆ, ਰਹਿ ਰਾਸ ਦਾ ਅਰਦਾਸ ਕੀਤੀ ਗਈ ਕਿ ਤੇਰੇ ਭਾਣੇ ਵਿੱਚ ਦਿਨ ਬੜੇ ਆਨੰਦ ਨਾਲ ਬਤੀਤ ਹੋਇਆ ਹੈ। ਐਡੀ ਵੱਡੀ ਗੱਲ ਹੋ ਗਈ ਹੈ। 2 ਪੁੱਤਰ ਬਾਹਰ ਪਏ ਹੋਏ ਨੇ ਤੇ ਜਿਨ੍ਹਾਂ ਉੱਤੇ ਖੱਫਣ ਵੀ ਨਹੀਂ ਪਾ ਸਕਦੇ ਮਹਾਰਾਜ ਸੱਚੇ ਪਾਤਸ਼ਾਹ। ਕਵੀ ਲਿਖਦਾ ਨਾ, ਜਿਸ ਤਰ੍ਹਾਂ ਕੋਈ ਕਿ ਮਾਪੇ ਗਰੀਬ ਬਥੇਰੇ ਜੱਗ ਤੇ ਪਏ ਨੇ, ਪਰ ਖੱਫਣੋਂ ਬਗੈਰ ਕਿਹਦੇ ਪੁੱਤ ਗਏ ਨੇ। ਇਹ ਜਿਹੜੇ ਸੱਚ ਦੇ ਰਾਹ ਦੇ ਪਾਂਧੀ ਹੁੰਦੇ ਨੇ, ਉਹ ਖੱਫਣਾਂ ਦੀ ਆਸ ਨਹੀਂ ਰੱਖਦੇ। ਉਹਨਾਂ ਨੂੰ ਪਤਾ ਸਮਾਜ ਨੇ ਸਾਨੂੰ ਖੱਫਣ ਤੱਕ ਨਹੀਂ ਦੇਣਾ। ਉਹ ਖੱਫਣ ਦੀ ਆਸ ਨਹੀਂ ਰੱਖਦੇ। ਤੇ ਝੂਠੇ ਸੰਸਾਰ ਕੋ ਖੱਫਣ ਹੁੰਦਾ ਵੀ ਨਹੀਂ ਸੱਚਿਆਂ ਨੇ ਪਾਉਣ ਵਾਸਤੇ, ਸੱਚਿਆਂ ਉੱਤੇ ਪਾਉਣ ਵਾਸਤੇ। ਸਮਾਜ ਝੂਠ ਹੈ। ਅਰਦਾਸ ਕੀਤੀ ਗਈ, ਸੋਲੇ ਕਾ ਜਾਪ ਕੀਤਾ ਗਿਆ। ਹੁਣ ਖਾਣ ਨੂੰ ਕੋਈ ਰੋਟੀ ਨਹੀਂ ਹੈ, ਵਿਛਾਉਣ ਨੂੰ ਕੋਈ ਬਿਸਤਰਾ ਨਹੀਂ ਹੈ। ਠੰਡ ਦੇ ਦਿਨ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਨੇ ਤੇ ਸਿੰਘਾਂ ਦੇ ਨਾਲ ਵਿਚਾਰ ਕਰਦੇ ਨੇ। 8 ਪੋਹ ਰਾਤ ਨੂੰ, 9 ਪੋਹ ਅਗਲੇ ਦਿਨ ਚੜ੍ਹਨਾ ਜੇ। ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕੱਲ੍ਹ ਨੂੰ ਫਿਰ ਹੁਣ ਆਪਾਂ ਇਸੇ ਧਰਤੀ ਉੱਤੇ ਹੀ ਸ਼ਹੀਦ ਹੋਣਾ ਹੈ। 9 ਪੋਹ ਕੱਲ੍ਹ ਨੂੰ ਚੜ੍ਹਨਾ ਹੈ ਤੇ ਕੱਲ੍ਹ ਨੂੰ ਆਪਾਂ ਇੱਥੇ ਸ਼ਹੀਦੀਆਂ ਪ੍ਰਾਪਤ ਕਰਨੀਆਂ।
ਮਹਾਰਾਜ ਦੇ ਕੋਲ ਬੈਠੇ ਨੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਤ ਸਿੰਘ, ਸੰਗਤ ਸਿੰਘ, ਕਾਠਾ ਸਿੰਘ ਤੇ ਮਦਨ ਸਿੰਘ। ਸਿੰਘ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕੋਸ਼ਿਸ਼ ਕਰੋ ਕਿ ਗੜੀ ਤੋਂ ਬਾਹਰ ਹੋ ਜਾਓ, ਇਹ ਗੜੀ ਨੂੰ ਛੱਡ ਕੇ ਤੁਰ ਜਾਓ। ਅੱਗੇ ਮੈਂ ਕਹਿਣਾ ਹੁੰਦਾ ਕਿ ਜਿਹੜੇ ਕਿਲੇ ਬਣਾਏ ਸੀ ਨਾ ਮਹਾਰਾਜ ਨੇ, ਉਹ ਬਚਨ ਵਾਸਤੇ ਬਣਾਏ ਸਨ। ਕਿਲੇ ਤੇ ਗੜੀਆਂ ਇਹ ਬਚਨ ਵਾਸਤੇ ਬਣਾਈਆਂ ਜਾਂਦੀਆਂ ਨੇ। ਕੋਈ ਮਰਨਾ ਕੋਈ ਮਹਾਨ ਨਹੀਂ ਹੈ, ਬਚਨਾ ਮਹਾਨ ਹੁੰਦਾ ਹੈ। ਖੈਰ ਇਹ ਫਿਰ ਮਹਾਰਾਜ ਕਹਿਣ ਲੱਗੇ ਕਿ ਕੱਲ ਨੂੰ 9 ਪੋਹ ਚੜ੍ਹਨਾ ਤੇ ਬਾਕੀ ਆਪਾਂ ਇੱਥੇ ਹੁਣ ਜਿਹੜੇ ਬਚ ਗਏ ਕੱਲ ਨੂੰ ਸ਼ਹੀਦ ਹੋਣਾ। ਤੇ ਸਿੰਘ ਕਹਿਣ ਲੱਗੇ, ਮਹਾਰਾਜ ਕੋਈ ਉਪਰਾਲਾ ਕਰੋ ਤੇ ਇਸ ਗੜੀ ਨੂੰ ਰਾਤ ਨੂੰ ਛੱਡ ਜਾਓ। ਕਹਿਣ ਲੱਗੇ ਵੀ 10 ਲੱਖ ਦਾ ਘੇਰਾ ਵਾ, ਆਲੇ ਦੁਆਲੇ ਮੁਗਲੀ ਫੌਜ ਬੈਠੀ ਹੋਈ ਆ, ਤੇ ਕਿਸ ਤਰ੍ਹਾਂ ਛੱਡਿਆ ਜਾ ਸਕਦਾ ਹੁਣ ਰਾਤ ਨੂੰ ਗੜੀ ਨੂੰ। ਤੇ ਕਹਿਣ ਲੱਗੇ ਸਿੱਖ ਕਹਿਣ ਲੱਗੇ, ਮਹਾਰਾਜ ਕੁਝ ਕੋਸ਼ਿਸ਼ ਕਰੋ। ਕਹਿਣ ਲੱਗੇ ਅਸੀਂ ਸ਼ਹੀਦ ਹੋਣਾ। ਮਹਾਰਾਜ ਕੇ ਸਿੱਖ ਕਹਿਣ ਲੱਗੇ, ਮਹਾਰਾਜ ਤੁਸੀਂ ਸ਼ਹੀਦ ਹੋ ਗਏ ਤੇ ਪੰਥ ਦਾ ਕੀ ਬਣੂਗਾ। ਉੱਥੇ ਫਿਰ ਮਹਾਰਾਜ ਨੂੰ ਹੁਕਮ ਲਾਇਆ ਪੰਜਾਂ ਪਿਆਰਿਆਂ ਨੇ ਵੀ ਕੁਝ ਵੀ ਹੋ ਜਾਵੇ ਤੁਸੀਂ ਗੜੀ ਤੋਂ ਬਾਹਰ ਹੋ ਜਾਓ। ਫਿਰ ਅੱਧੀ ਰਾਤ ਦੇ ਨਾਲ ਜਦੋਂ ਸਾਰੇ ਸੌਂ ਗਏ ਨਾ, ਫੌਜਾਂ ਠੰਡ ਦੇ ਨਾਲ ਲੁਕ ਗਈਆਂ, ਤੇ ਮਹਾਰਾਜ ਫਿਰ ਭਾਈ ਮਾਨ ਸਿੰਘ ਨੂੰ ਬਾਹਰ ਭੇਜਿਆ। ਤੇ ਮਾਨ ਸਿੰਘ ਕਹਿਣ ਲੱਗਾ, ਮਹਾਰਾਜ ਜੇ ਮੈਂ ਘੇਰੇ ਚੋਂ ਬਾਹਰ ਹੋ ਗਿਆ ਤੇ ਸਮਝ ਲੈਣਾ ਵੀ ਇਹ ਇੱਧਰ ਦੀ ਰਾਹ ਹੈਗਾ, ਤੇ ਤੁਸੀਂ ਮੇਰੇ ਮਗਰ ਮਗਰ ਆ ਜਿਓ ਜੀ। ਜਦੋਂ ਗੜੀ ਦਾ ਬੂਹਾ ਖੋਲ੍ਹਿਆ ਗਿਆ ਰਾਤ, ਅੱਧੀ ਰਾਤ ਨੂੰ, ਇੱਥੇ ਹੁਣ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਗੜੀ ਦਾ ਬੂਹਾ ਖੋਲ੍ਹਿਆ ਤੇ ਨਗਾਰਾ ਵਜਾਇਆ ਤੇ ਤਾੜੀ ਮਾਰੀ ਵੀ ਮੈਂ ਚੱਲਿਆ ਵਾਂ। ਪਰ ਇਸ ਤਰ੍ਹਾਂ ਹੋਇਆ ਨਹੀਂ, ਇਹ ਝੂਠ ਬੋਲਦੇ ਨੇ ਸਾਡੇ ਕਵੀਸ਼ਰ। ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਦੇਤੀ, ਚੋਲਾ ਪਨਾਤਾ ਤੇ ਉਹਨੂੰ ਹਦਾਇਤ ਕੀਤੀ ਵੀ ਸਵੇਰੇ ਮਮਟੀ ਉੱਪਰ ਬੈਠ ਜਾਣਾ ਵਾ, ਤਾਂ ਕਿ ਵੈਰੀਆਂ ਨੂੰ ਭੁਲੇਖਾ ਪੈਂਦਾ ਰਹੇ ਵੀ ਗੁਰੂ ਗੋਬਿੰਦ ਸਿੰਘ ਅਜੇ ਗਏ ਨਹੀਂ ਗੇ, ਗੜੀ ਦੇ ਅੰਦਰ ਹੀ ਆ। ਖੈਰ ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜਦੋਂ ਭਾਈ ਮਾਨ ਸਿੰਘ ਨਿਕਲ ਜਾਂਦਾ ਸਹਿਜੇ ਸਹਿਜੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਿੱਛੇ ਜਾਂਦੇ ਨੇ। ਤੇ ਨਾਲ ਭਾਈ ਦਇਆ ਸਿੰਘ ਹੈ, ਤੇ ਨਾਲ ਭਾਈ ਧਰਮ ਸਿੰਘ ਹੈ, ਤੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, 3 ਨੇ। ਪਹਿਲਾਂ ਨਿਕਲ ਗਿਆ ਮਾਨ ਸਿੰਘ, ਕਿਉਂਕਿ ਇਹ ਨਿਸ਼ਾਨ 'ਚ ਹੀ ਹੁੰਦਾ ਸੀ। ਜਦੋਂ ਵੀ ਕਿਸੇ ਮੁਹਿੰਮ ਤੇ ਜਾਣਾ ਤੇ ਭਾਈ ਮਾਨ ਸਿੰਘ ਨੇ ਅੱਗੇ ਨਿਸ਼ਾਨ ਲੈ ਕੇ ਜਾਣਾ ਹੈ। ਇਹ ਬੜਾ ਸਿਆਣਾ ਵਿਅਕਤੀ ਹੁੰਦਾ ਸੀ ਭਾਈ ਮਾਨ ਸਿੰਘ। ਐਵੇਂ ਨਹੀਂ ਸੀ ਅੱਗੇ ਅੱਗੇ ਤੁਰਦਾ। ਤੇ ਗੁਰੂ ਗੋਬਿੰਦ ਸਿੰਘ ਐਵੇਂ ਨਹੀਂ ਉਹਨੂੰ ਝੰਡਾ ਫੜਾਉਂਦੇ ਵੀ ਤੂੰ ਅੱਗੇ ਅੱਗੇ ਤੁਰਿਆ ਜਾ। ਇਹ ਫਿਰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਇੱਕ ਸਕੀਮ ਹੋਰ ਲਾਈ ਸੀ ਵੀ ਅਸੀਂ ਗੜੀ ਤੋਂ ਬਾਹਰ ਜਾ ਕੇ ਤਾੜੀ ਮਾਰਾਂਗੇ, ਦੂਰ ਜਾ ਕੇ ਤਾੜੀ ਮਾਰਾਂਗੇ ਤੇ ਤੁਸੀਂ ਉੱਥੇ ਸਾਰੇ ਇਕੱਠੇ ਹੋ ਜਿਓ ਜੀ। ਇੱਧਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਜਾ ਕੇ ਤਾੜੀ ਮਾਰਦੇ ਨੇ, ਸਿੰਘ ਇਕੱਠੇ ਹੋ ਕੇ ਉੱਥੋਂ ਤੁਰ ਪੈਂਦੇ ਨੇ। ਤੇ ਤੁਰੇ ਜਾਂਦੇ ਨੇ। ਫਿਰ ਦਿਨ ਦਾ ਚੜ੍ਹਾਅ ਹੋ ਗਿਆ, ਪਿੰਡ ਆ ਗਿਆ, ਪਿੰਡ ਦਾ ਨਾਂ ਪਵਾਤ ਪਿੰਡ। ਦਿਨ ਆ ਗਿਆ, ਦਿਨ ਦਾ ਚੜ੍ਹਾਅ ਹੋ ਗਿਆ। ਉੱਥੇ ਮਹਾਰਾਜ ਨੇ ਫਿਰ ਆਪਣਾ ਦਸਤਾਰਾ ਲਾ ਕੇ ਨਾ ਦੇ ਕੰਘਾ ਕੀਤਾ। ਰੱਬੀ ਯਾਦ ਵਿੱਚ ਜੁੜ ਕੇ ਬੈਠੇ ਨੇ, ਕੰਘਾ ਕੀਤਾ। ਉੱਥੇ ਗੁਰਦੁਆਰਾ ਕੰਘਾ ਸਾਹਿਬ ਹੈ। ਇੱਕ ਹੋਰ ਗੱਲ ਵੀ ਬਹੁਤਾ ਮਸਾਲਾ ਲਾਉਂਦੇ ਨੇ ਸਾਡੇ ਕਵੀਸ਼ਰ ਜਿਹੜੇ ਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਗੜੀ ਛੱਡਣ ਲੱਗੇ ਨਾ ਤੇ ਮਹਾਰਾਜ ਜੋੜਾ ਲਾ ਦਿੱਤਾ। ਕਹਿਣ ਲੱਗੇ ਵੀ ਅੱਗੇ ਸ਼ਹੀਦ ਸਿੰਘਾਂ ਦੇ ਕੇਸ ਖਿਲਰੇ ਪਏ ਨੇ ਤੇ ਅਸੀਂ ਜੋੜਾ ਲਾ ਕੇ ਜਾਣਾ ਹੈ ਬਾਹਰ। ਹਾਲਾਂਕਿ ਇਸ ਤਰ੍ਹਾਂ ਹੋਇਆ ਨਹੀਂ ਹੈ।
ਅੱਜ ਵੀ ਜਾਓ ਚਮਕੌਰ ਸਾਹਿਬ ਤੋਂ ਕੋਈ 7-8 ਕਿਲੋਮੀਟਰ ਅੱਗੇ ਜਾ ਕੇ ਗੁਰਦੁਆਰਾ ਝਾੜ ਸਾਹਿਬ ਹੈ। ਮਹਾਰਾਜ ਦੇ ਜੋੜੇ ਦੇ ਵਿੱਚ ਰੇਤਾ ਪੈ ਗਈ ਤੇ ਉੱਥੇ ਮਹਾਰਾਜ ਨੇ ਜੋੜਾ ਝਾੜਿਆ। ਉੱਥੇ ਗੁਰਦੁਆਰਾ ਝਾੜ ਸਾਹਿਬ ਹੈ। ਇੱਧਰ ਫਿਰ 9 ਪੋਹ ਦਾ ਦਿਨ ਚੜ ਗਿਆ ਤੇ ਜਦੋਂ ਦਿਨ ਚੜਿਆ ਨਾ ਤੇ ਮੁਗਲਿਆ ਹਕੂਮਤ ਫਿਰ ਪੈ ਗਈ ਗੜੀ ਨੂੰ। ਉਹਦੇ ਵਿੱਚ ਨਾਰ ਖਾਂ ਖਵਾਜਾ ਮਰਦੂਦ ਵੀ ਆ, ਜਿਹੜਾ 8 ਪੋਹ ਸ਼ਾਮਾਂ ਨੂੰ ਲੁਕ ਗਿਆ ਸੀ ਤੇ ਮਹਾਰਾਜ ਉਸ ਨੂੰ ਮਾਰਨਾ ਚਾਹੁੰਦੇ ਸੀ, ਉਹ ਮਰਿਆ ਨਹੀਂ। ਤੇ ਦਿਨ ਚੜ੍ਹਦਿਆਂ ਹੀ ਫਿਰ ਇਹ ਖਵਾਜਾ ਮਰਦੂਦ ਜਿਹੜਾ ਉਹ ਗੜੀ ਨੂੰ ਪੈ ਗਿਆ ਤੇ 4 ਬੰਦੇ ਅੰਦਰ ਨੇ ਹੁਣ ਗੜੀ ਦੇ। ਭਾਈ ਮਦਨ ਸਿੰਘ, ਦੂਸਰੇ ਭਾਈ ਕਾਠਾ ਸਿੰਘ ਜੀ, ਤੀਸਰੇ ਭਾਈ ਸੰਤ ਸਿੰਘ ਜੀ ਤੇ ਚੌਥੇ ਭਾਈ ਸੰਗਤ ਸਿੰਘ ਜੀ। ਇਹ ਜਦੋਂ ਦਿਨ ਚੜਿਆ ਤੇ ਉਹਨਾਂ ਨੇ ਗੜੀ ਨੂੰ ਫੇਰ ਘੇਰ ਲਿਆ ਤੇ ਸਿੰਘਾਂ ਨੇ ਫਿਰ ਇੱਕ ਸਕੀਮ ਲਾਈ ਵੀ ਗੜੀ ਦਾ ਬੂਹਾ ਖੋਲ ਦਿੱਤਾ ਤੇ ਗੜੀ ਤੋਂ ਬਾਹਰ ਆਣ ਕੇ ਫਿਰ ਇਹ ਜੂਝੇ ਨੇ। ਜਿਹੜਾ ਉਹ ਮਹਾਰਾਜ ਬਚਨ ਨਹੀਂ ਆਉਂਦਾ ਇੱਕ ਕਿ ਧੰਨ ਜੀਓ ਤੈਂ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੋਦਾ ਵਿਚਾਰੇ। ਇੱਕ ਤੇ ਬਾਹਰੀ ਜੰਗ ਵਾ, ਇੱਕ ਚਿੱਤ ਦੇ ਨਾਲ ਜੰਗ ਕਰਨਾ ਪੈਂਦਾ। ਚਿੱਤ ਕਾਗਰ ਨਹੀਂ ਹੁੰਦਾ, ਚਿੱਤ ਭਟਕਦਾ ਹੈ, ਚਿੱਤ ਭਰਮਾਉਂਦਾ ਹੈ, ਚਿੱਤ ਚੰਚਲ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਇਹਦੇ ਨਾਲ ਜੰਗ ਕਰਦਾ ਹੈ ਧੰਨ ਜੀਓ, ਉਹ ਧੰਨ ਵਿਅਕਤੀ ਨੇ ਜਿਹੜੇ ਆਪਣੇ ਆਪ ਨਾਲ ਲੜਦੇ ਨੇ। ਅੰਦਨ ਆਪ ਆਪਸਿਓਂ ਲੜੇ, ਜਗਨਾਸਿਓਂ ਗੋਸ਼ਟ ਕਰੇ। ਤੇ ਜਿਹੜੀਆਂ ਬਾਹਰੀ ਲੜਾਈਆਂ ਨੇ ਕੋਈ ਬਹੁਤੀ ਅਹਿਮੀਅਤ ਨਹੀਂ ਦਿਖਾਉਂਦੀਆਂ ਗੁਰਮਤਿ ਅਨੁਸਾਰ। ਜਿਹੜਾ ਅਸੀਂ ਸ਼ਬਦ ਨਹੀਂ ਪੜ੍ਹਦੇ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਦੀਨ ਮਾਣੇ ਕੰਗਾਲ। ਤੇ ਅੱਜ ਦਾ ਮਨੁੱਖ ਬਾਹਰੋਂ ਤਾਂ ਅਮੀਰ ਹੋ ਗਿਆ ਹੈ ਪਰ ਅੰਦਰੋਂ ਕੰਗਾਲ ਹੋ ਗਿਆ ਹੈ, ਅੰਦਰੋਂ ਦੀਨ ਹੋ ਗਿਆ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਅੰਦਨ ਆਪ ਆਪਸੋਂ ਲੜੇ, ਜਗਨਾਸੋਂ ਗੋਸ਼ਟ ਤਰੇ ਕਰੇ। ਤੇ ਮਹਾਰਾਜ ਕਹਿੰਦੇ ਤੇਰੇ ਅੰਦਰੋਂ ਤੂੰ ਗਰੀਬ ਹੋ ਗਿਆ, ਤੇਰੇ ਅੰਦਰ ਸਬਰ ਨਹੀਂ ਰਿਹਾ, ਤੇਰੇ ਅੰਦਰ ਸੰਤੋਖ ਨਹੀਂ ਰਿਹਾ, ਤੂੰ ਕੰਗਾਲ ਹੋ ਗਿਆ ਹੈ। ਤੇ ਹੁਣ ਤੂੰ ਆਪਣੇ ਆਪ ਨਾਲ ਲੜ ਕੇ ਤੇ ਇਹ ਆਪਣੇ ਆਪ ਨਾਲ ਲੜਨਾ ਹੀ ਮਾਨੋ ਦੀਨ ਨਾਲ ਲੜਨਾ ਹੈ, ਦੀਨ ਕੀ ਹਿੱਤ ਲੜਨਾ ਹੈ, ਗਰੀਬ ਦੇ ਨਾਲ, ਆਪਣੀ ਅੰਦਰਲੀ ਗਰੀਬੀ ਨਾਲ ਲੜਨਾ ਹੈ। ਜਿੱਦਾਂ ਇੱਕ ਲੋਕੀ ਬਾਹਰੀ ਗਰੀਬੀ ਨਾਲ ਲੜਦੇ ਨੇ, ਵਿਚਾਰੇ ਮਿਹਨਤਾਂ ਕਰਦੇ ਨੇ ਤਾਂ ਵੀ ਕੋਈ ਰੋਟੀ ਪਾਣੀ ਸਹੀ ਤਰੀਕੇ ਨਾਲ ਨਹੀਂ ਖਾ ਸਕਦੇ, ਉਹ ਬਾਹਰੀ ਗਰੀਬੀ ਨਾਲ ਲੜਦੇ ਨੇ। ਤੇ ਇੱਕ ਅੰਦਰ ਦੀ ਗਰੀਬੀ ਆ, ਇੱਕ ਬਾਹਰੀ ਅਮੀਰੀ ਆ, ਇੱਕ ਅੰਦਰ ਦੀ ਅਮੀਰੀ ਆ। ਭਗਤ ਅਮਰਦਾਸ ਜੀ ਅੰਦਰ ਦੀ ਗਰੀਬੀ ਨਾਲ ਲੜੇ ਤੇ ਜਦੋਂ ਕੋਈ ਅੰਦਰ ਦੀ ਗਰੀਬੀ ਨਾਲ ਲੜਦਾ ਫਿਰ ਅਮੀਰ ਹੋ ਜਾਂਦਾ ਹੈ। ਜਿੱਦਾਂ ਬਾਹਰੀ ਗਰੀਬੀ ਨਾਲ ਕੋਈ ਲੜਦਾ ਕੋਈ ਅਮੀਰ ਹੋ ਜਾਂਦਾ ਹੈ, ਪੈਸੇ ਕਮਾ ਲੈਂਦਾ ਹੈ ਨਾ। ਇਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਦੀ ਗਰੀਬੀ ਆ, ਜੋ ਲੜੇ ਦੀਨ ਕੇ ਹੇਤ ਵਾ, ਜਿਹੜੀ ਭਗਤ ਅਮਰਦਾਸ ਜੀ ਅੰਦਰ ਦੀ ਗਰੀਬੀ ਨਾਲ ਲੜਦੇ ਨੇ। ਜਿਹਦੇ ਕੋ ਅੰਮ੍ਰਿਤ ਵੇਲਾ ਹੀ ਨਹੀਂ ਆ, ਅੰਮ੍ਰਿਤ ਵੇਲੇ ਰੱਬ ਦਾ ਕੋਈ ਨਾਮ ਹੀ ਨਹੀਂ ਆ, ਸਤ ਸੰਗਤ ਨਹੀਂ ਹੈ, ਸਬਰ ਸੰਤੋਖ ਨਹੀਂ ਹੈ, ਉਹ ਅੰਦਰੋਂ ਗਰੀਬ ਬੰਦਾ ਹੈ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਕੱਲ ਅਸੀਂ ਉੱਥੇ ਕਥਾ ਕਰਨ ਗਏ ਕਿਸੇ ਪਿੰਡ ਦੇ, ਕੋਈ 10 ਜਾਣੇ ਅਸੀਂ ਗਏ। ਪਿੰਡ ਵਿੱਚੋਂ ਕੋਈ ਬੱਚਾ, ਕੋਈ ਨੌਜਵਾਨ ਸਿੱਖੀ ਸਰੂਪ ਵਾਲਾ ਗੁਰਦੁਆਰੇ ਨਹੀਂ ਆਇਆ। ਵੱਡੀਆਂ ਵੱਡੀਆਂ ਕੋਠੀਆਂ, ਵੱਡੀਆਂ ਵੱਡੀਆਂ ਕਾਰਾਂ, ਬੜੀਆਂ ਬੜੀਆਂ ਅਮੀਰੀਆਂ, ਤੇ ਸਭ ਬਰਬਾਦ ਹੋ ਗਏ। ਲੋਕ ਧਰਮ ਤੋਂ ਉੱਜੜ ਗਏ ਨੇ ਲੋਕ। ਜਿਸ ਸਕਦਾਰੀ ਤੇ ਸੇਖਵਾਰੀ ਚਾਕਰ ਕੇ
ਮਰਨਾ ਚਾਕਰ ਕੇ ਹੀ ਡਰਨਾ। ਬਾਹਰੋਂ ਤਾਂ ਲੋਕ ਅਮੀਰ ਹੋ ਗਏ ਨੇ ਪਰ ਧਰਮ ਵੱਲੋਂ ਗਰੀਬ ਹੋ ਗਏ ਨੇ। ਕੋਈ ਗੁਰਦੁਆਰੇ ਨਹੀਂ ਵੜਦਾ, ਉੱਠ ਕੇ 5 ਬਾਣੀਆਂ ਦਾ ਜਾਪ ਹੀ ਨਹੀਂ ਕਰਦਾ। ਤੇ ਭਗਤ ਅਮਰਦਾਸ ਜੀ ਵੀ ਆਪਣੇ ਅੰਦਰ ਦੀ ਗਰੀਬੀ ਨਾਲ ਲੜੇ। ਇੱਕ ਤੋਂ ਬਾਹਰੋਂ ਗਰੀਬ ਸਨ ਉਹ, ਤੇ ਇੱਕ ਅੰਦਰੋਂ ਵੀ ਗਰੀਬ ਜਿਹੜੇ ਲੋਕ ਨੇ। ਭਗਤ ਅੰਦਰੋਂ ਜਦੋਂ ਗਰੀਬ, ਉਹਨਾਂ ਨੂੰ ਅੰਦਰ ਦੀ ਗਰੀਬੀ ਦਿਖਾਈ ਦਿੰਦੀ ਆ ਤਾਂ ਫਿਰ ਲੜਦੇ ਨੇ ਉਹ। ਮੈਂ ਫੇਰ ਕਹਿ ਦਿਆਂ ਕਿ ਜਿਸ ਤਰ੍ਹਾਂ ਇੱਕ ਬਾਹਰੀ ਗਰੀਬੀ ਆ ਤੇ ਬੰਦਾ ਫਿਰ ਗਰੀਬੀ ਨਾਲ ਲੜਦਾ, ਮਿਹਨਤ ਕਰਨਾ, ਮਾਨੋ ਗਰੀਬੀ ਨਾਲ ਲੜਨਾ ਵਾ। ਜਿਹੜਾ ਗਰੀਬ ਬੰਦਾ ਦਿਨੇ ਰਾਤ ਮਿਹਨਤ ਕਰ ਰਿਹਾ, ਮਾਨੋ ਉਹ ਗਰੀਬੀ ਨਾਲ ਲੜ ਰਿਹਾ ਹੈ। ਤੇ ਜਿਹਨੂੰ ਅੰਦਰ ਦੀ ਗਰੀਬੀ ਦਿਖਾਈ ਦੇਵੇ ਵੀ ਮੇਰੇ ਕੋਲ ਤੇ ਸਬਰ ਨਹੀਂ ਗਾ, ਸੰਤੋਖ ਨਹੀਂ ਆ, ਅੰਮ੍ਰਿਤ ਵੇਲਾ ਨਹੀਂ ਹੈ, ਗੁਰੂ ਕਾ ਪਿਆਰ ਨਹੀਂ ਹੈ, ਸੰਗਤ ਨਹੀਂ ਹੈ, ਕੋਈ ਦਾਨ ਪੁੰਨ ਨਹੀਂ ਹੈ, ਕੋਈ ਮਿੱਠਾ ਸੁਭਾਅ ਨਹੀਂ ਹੈ, ਕੜਤਣ ਹੈ, ਇਹ ਅੰਦਰ ਦੀ ਗਰੀਬੀ ਆ। ਤੇ ਬਾਹਰੋਂ ਤਾਂ ਲੋਕ ਅਮੀਰ ਹੋ ਗਏ ਨੇ, ਅੰਦਰੋਂ ਹੋਰ ਗਰੀਬ ਹੋਈ ਜਾਂਦੇ ਨੇ ਦਿਨ ਦਿਨ। ਇਹ ਫਿਰ ਗਰੀਬੀ ਦਾ ਜ਼ਿਕਰ ਭਗਤ ਅਮਰਦਾਸ ਜੀ ਨੇ ਕੀਤਾ, ਬਾਹਰਲੀ ਗਰੀਬੀ ਦਾ। ਉਹ ਕਹਿੰਦੇ ਨੇ ਦਾਰਿਦ ਦੇਖ ਸਭ ਕੋ ਹਸੇ, ਦਰਿਦਰ ਦੇਖ ਦਾਰਿਦ ਦੇਖ ਸਭ ਕੋਈ ਹੱਸੇ, ਐਸੀ ਦਸ਼ਾ ਹਮਾਰੀ। ਲੋਕੀ ਮੈਨੂੰ ਬਾਹਰੋਂ ਵੇਖਦੇ ਨੇ ਕਿ ਭਗਤ ਅਮਰਦਾਸ ਜੀ ਇੱਕ ਚੌਂਕ 'ਚ ਬੈਠੇ ਹੋਏ ਨੇ ਤੇ ਜੁੱਤੀਆਂ ਪੈ ਗੰਢਦੇ ਨੇ। ਤੇ ਅਨੁਮਾਨ ਲਾ ਲਿਓ ਜੇ ਅੱਜ ਤੋਂ 600 ਸਾਲ ਪਹਿਲਾਂ ਜੁੱਤੀਆਂ ਗੰਢਣ ਵਾਲੇ ਦੀ ਕੀ ਹਾਲਤ ਹੋਏਗੀ। ਇਹ ਉਹ ਸਮਾਂ ਧਰਤੀ ਤੇ ਜਦੋਂ ਕਿਸੇ ਵਿਰਲੇ ਦੇ ਪੈਰ ਜੁੱਤੀ ਹੁੰਦੀ ਸੀ। ਅੱਜ ਤੋਂ 600-700 ਸਾਲ ਪਹਿਲਾਂ। ਹੁਣ ਤੇ ਘਰਾਂ ਦੇ ਅੰਦਰ ਜੁੱਤੀਆਂ ਦੇ ਢੇਰ ਲੱਗੇ ਪਏ ਨੇ, ਕੱਪੜਿਆਂ ਦੇ ਢੇਰ। ਲੋਕੀ ਪੰਡਾ ਬਨ ਕੇ ਬਾਜ਼ਾਰੋਂ ਖਰੀਦ ਕੇ ਲੋਕੀ ਕੱਪੜਿਆਂ ਘਰ ਭਰੀ ਜਾਂਦੇ ਨੇ ਕੱਪੜਿਆਂ ਨਾਲ। ਕੋਟੀਆਂ, ਸਵਾਟਰ, ਜੁੱਤੀਆਂ ਢੇਰ ਲਾ ਲਏ ਲੋਕਾਂ ਨੇ, ਕਮਰੇ ਭਰ ਲਏ। 70-70 ਹਜ਼ਾਰ ਤਨਖਾਹ ਵਾ, 50-50 ਹਜ਼ਾਰ ਪੈਸਾ ਹੋਣਾ ਤੇ ਉਹ ਢੇਰ ਲਾਈ ਜਾਂਦੇ, ਕੱਪੜੇ ਖਰੀਦੀ ਜਾਂਦੇ ਲੋਕ। ਉਹ ਸਮਾਂ ਸੀ ਜਦੋਂ ਭਗਤ ਅਮਰਦਾਸ ਜੀ ਚੌਂਕ 'ਚ ਬੈਠ ਕੇ ਆਪਣੀ ਕੁਟੀਆ 'ਚ ਬਹਿ ਕੇ ਜੁੱਤੀਆਂ ਗੰਢਦੇ ਨੇ। ਤੇ ਦਾਰਿਦ ਦੇਖ ਸਭ ਕੋ ਹੱਸੇ, ਮੇਰੀ ਇਸ ਗਰੀਬੀ ਉੱਤੇ ਲੋਕੀ ਹੱਸਦੇ ਨੇ ਵੀ ਐਡਾ ਵੱਡਾ ਭਗਤ ਆਇਆ, ਆਪਣੇ ਆਪ ਨੂੰ ਭਗਤ ਸਦਾਉਂਦਾ, ਆਪਣੇ ਆਪ ਨੂੰ ਰੱਬ ਦਾ ਪਿਆਰਾ ਖਵਾਉਂਦਾ ਤੇ ਜੁੱਤੀਆਂ ਗੰਢ ਕੇ ਗੁਜ਼ਾਰਾ ਪਿਆ ਕਰਦਾ ਹੈ। ਚੰਗਾ ਭਗਤ ਹੈ। ਐਸੀ ਦਸ਼ਾ ਹਮਾਰੀ, ਇਹੋ ਜਿਹੀ ਹਾਲਤ ਬਣੀ ਹੋਈ ਹੈ ਮੇਰੀ। 8-10 ਸਿੱਧ ਸਭ ਕਰ ਤਲੇ, 8-10 ਸਿੱਧ ਕਰ ਤਲੇ ਸਭ ਕਿਰਪਾ ਤੁਮਾਰੀ। ਕਹਿਣ ਲੱਗੇ ਲੋਕੋ ਮੈਂ ਬਾਹਰੋਂ ਗਰੀਬ ਹਾਂ, ਮੇਰੇ ਕੋ ਘਰ ਨਹੀਂ ਹੈ। ਭਗਤ ਅਮਰਦਾਸ ਜੀ ਕਹਿੰਦੇ ਨੇ ਮੇਰੇ ਕੋ ਸਰੀਰ ਉੱਤੇ ਪਾਉਣ ਲਈ ਚੰਗੇ ਕੱਪੜੇ ਨਹੀਂ ਹੈ, ਖਾਣ ਲਈ ਕੋਈ ਬਹੁਤਾ ਭੋਜਨ ਵੀ ਨਹੀਂ ਆ, ਮੈਂ ਗਰੀਬ ਹਾਂ। ਤੇ ਤੁਸੀਂ ਮੇਰੀ ਗਰੀਬੀ ਨੂੰ ਵੇਖ ਕੇ ਠੱਠਾ ਮਖੌਲ ਵੀ ਕਰਦੇ ਹੋ, ਪਰ ਖਿਆਲ ਕਰਿਓ ਜੇ ਮੈਂ ਅੰਦਰੋਂ ਬਹੁਤ ਅਮੀਰ ਹੋ ਚੁੱਕਾ ਹੈ। 8-10 ਸਿੱਧ ਕਰ ਤਲੇ, ਕਹਿਣ ਲੱਗੇ ਦੁਨੀਆ ਦੀਆਂ ਸਾਰੀਆਂ ਹੀ ਸ਼ਕਤੀਆਂ ਕਿਸੇ ਕੋ ਇੱਕ ਸਿੱਧੀ ਹੋ ਜੇ ਨਾ, ਤੇ ਇੱਕ ਸਿੱਧੀ ਬਹੁਤ ਵੱਡੀ ਗੱਲ ਹੁੰਦੀ ਹੈ। ਜਿਹੜੀਆਂ ਅੰਦਰ ਦੀਆਂ ਸ਼ਕਤੀਆਂ ਨੇ ਉਹਨੂੰ 18 ਸ਼ਕਤੀਆਂ ਮੰਨਿਆ ਜਾਂਦਾ ਹੈ। ਜੋਗੀਆਂ ਦੇ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਰਿੱਧ ਸਦਿਆਵਰਾ ਸਾਧ ਜਿਹਨੂੰ ਅਸੀਂ ਕਹਿ ਲੈਂਦੇ ਹਾਂ। ਤੇ ਭਗਤ ਜੀ ਕਹਿੰਦੇ ਮੇਰੇ ਕੋਲ 18 ਸਿੱਧੀਆਂ ਨੇ। ਇਹ ਅਗਰ ਇੱਕ ਵੀ ਸਿੱਧੀ ਕਿਸੇ ਕੋ ਹੋਵੇ ਤੇ ਉਹ ਜੋ ਮਰਜ਼ੀ ਕਰ ਲਵੇ, ਜਿੰਨਾ ਮਰਜ਼ੀ ਪਦਾਰਥਾਂ ਦਾ ਢੇਰ ਲਾ ਲੇ, ਮਹਿਲ ਪਾ ਲੇ, ਗੱਡੀਆਂ ਖਰੀਦ ਲੇ, ਜਿਹਨੂੰ ਮਰਜ਼ੀ ਗੁਲਾਮ ਕਰ ਲੇ, ਜੋ ਮਰਜ਼ੀ ਕਰ ਲਵੇ, ਜਿੱਦ ਕੋ ਇੱਕ ਸਿੱਧੀ ਹੋਵੇ। ਪੁਰਾਣੇ ਸਾਧੂ ਮਹਾਤਮਾ ਦੇ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਸੀ ਤੇ ਉਹ ਰਿੱਧੀਆਂ ਸਿੱਧੀਆਂ ਨਾਲ ਆਪਣੀ ਪੂਜਾ ਕਰਾਉਂਦੇ ਹੁੰਦੇ ਸਨ। ਤੇ ਭਗਤ ਅਮਰਦਾਸ ਜੀ ਕਹਿੰਦੇ ਇਹ ਲੋਕੋ ਮੈਂ ਬਾਹਰੋਂ ਗਰੀਬ ਹਾਂ ਪਰ ਅੰਦਰੋਂ ਮੈਂ ਬਹੁਤ ਵੱਡਾ ਅਮੀਰ ਹੋ ਚੁੱਕਾ ਹੈ।
ਅੱਜ ਦੁਨੀਆ ਬਾਹਰੋਂ ਅਮੀਰ ਹੁੰਦੀ ਜਾਂਦੀ ਹੈ, ਅੰਦਰੋਂ ਗਰੀਬ ਹੁੰਦੀ ਜਾਂਦੀ ਹੈ। ਕਿਸ ਅੰਦਰ ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਸਹਿਜ ਨਹੀਂ ਹੈ, ਧੀਰਜ ਨਹੀਂ ਹੈ, ਮਿਠਾਸ ਨਹੀਂ ਹੈ, ਸ਼ੁਭ ਗੁਣ ਨਹੀਂ ਹੈ, ਤੇ ਬੰਦਾ ਕੰਗਾਲ ਹੋ ਗਿਆ। ਤੇ ਦੂਸਰੇ ਪਾਸੇ ਭਗਤ ਜੀ ਕਹਿੰਦੇ ਨੇ 8-10 ਸਿੱਧ, 8-10 ਸਿੱਧ, 8 ਤੇ 10 18। ਕਹਿਣ ਲੱਗੇ ਕਿਸੇ ਸਾਧੂ ਮਹਾਤਮਾ ਕੋਲ ਇੱਕ ਸ਼ਕਤੀ ਹੋਵੇ ਤੇ ਉਹ ਬਹੁਤ ਵੱਡੀ ਗੱਲ ਆ। ਮੇਰੇ ਕੋਲ 18 ਹੀ ਸਿੱਧੀਆਂ ਨੇ ਤੇ ਮੈਂ ਬਹੁਤ ਅਮੀਰ ਹੋ ਚੁੱਕਾ ਹਾਂ ਅੰਦਰੋਂ। 8-10 ਸਿੱਧ ਕਰ ਤਲੇ ਸਭ ਕਿਰਪਾ ਤੁਮਾਰੀ। ਕਹਿਣ ਲੱਗੇ ਜਦੋਂ ਕੋਈ ਰੱਬ ਦੇ ਰਾਹ ਤੇ ਤੁਰਦਾ ਹੈ ਨਾ ਤੇ ਅੰਦਰੋਂ ਅਮੀਰ ਹੋ ਜਾਂਦਾ ਹੈ। ਕਿਉਂ? ਇਸ ਰਾਹ ਉੱਤੇ ਗਰੀਬ ਬੰਦੇ ਨਹੀਂ ਤੁਰਦੇ, ਜਿਹੜਾ ਰੱਬ ਦਾ ਰਾਹ ਹੈ ਨਾ। ਕਿਉਂਕਿ ਅੱਗੇ ਅਮੀਰਾਂ ਨੂੰ ਉੱਥੇ ਥਾਂ ਨਹੀਂ, ਗਰੀਬਾਂ ਨੂੰ ਅੱਗੇ ਥਾਂ ਨਹੀਂ ਮਿਲਦੀ ਰੱਬ ਦੀ ਹਜ਼ੂਰੀ 'ਚ। ਉੱਥੇ ਅਮੀਰ ਵਿਅਕਤੀ ਜਾਂਦੇ ਨੇ। ਤੇ ਭਗਤ ਅਰਦਾਸ ਜੀ ਕਹਿੰਦੇ ਊਹਾਂ ਗਨੀ ਵਸੇ ਮਾਮੂਰਾ। ਉੱਥੇ ਤੇ ਅਮੀਰ ਜਾਂਦੇ ਨੇ ਤੇ ਮੈਂ ਵੀ ਅਮੀਰਾਂ ਦੀ ਸ਼੍ਰੇਣੀ ਵਿੱਚ ਆ ਗਿਆ, ਮੈਂ ਬਹੁਤ ਵੱਡਾ ਅਮੀਰ ਹੋ ਗਿਆ। ਸਾਰੀਆਂ ਮੈਂ ਕਹਿੰਦਾ ਜਦੋਂ ਰੱਬੀ ਰਾਹ ਤੇ ਕੋਈ ਤੁਰਦਾ ਫਿਰ ਉਹਦੇ ਉੱਤੇ ਬਖਸ਼ਾਂ ਹੁੰਦੀਆਂ ਨੇ। ਕਬੀਰ ਬਾਹਰੋਂ ਗਰੀਬ ਹੈ, ਅੰਦਰੋਂ ਅਮੀਰ ਆ। ਸਿਕੰਦਰ ਬਾਹਰੋਂ ਅਮੀਰ ਹੈ, ਅੰਦਰੋਂ ਗਰੀਬ ਹੈ। ਤੇ ਜਿਹੜਾ ਬੰਦਾ ਅੰਦਰੋਂ ਗਰੀਬ ਹੋਵੇ ਨਾ, ਉਹ ਧਨ ਜੋੜ ਜੋੜ ਕੇ ਅੰਦਰ ਨੂੰ ਭਰਨਾ ਚਾਹੁੰਦਾ, ਪਰ ਅੰਦਰ ਭਰਦਾ ਨਹੀਂ ਹੈ। ਇਸੇ ਕਰਕੇ ਸੰਸਾਰੀ ਬੰਦਾ ਤ੍ਰਿਪਤ ਨਹੀਂ ਹੁੰਦਾ, ਕਿਉਂਕਿ ਅੰਦਰੋਂ ਤੇ ਕੰਗਾਲ ਵਾ, ਅੰਦਰੋਂ ਤੇ ਭੁੱਖਾ ਵਾ, ਤੇ ਪਦਾਰਥਾਂ ਦੇ ਢੇਰ ਉਹ ਬਾਹਰ ਹੀ ਲਾਈ ਜਾਂਦਾ ਹੈ, ਬਾਹਰ ਹੀ ਲਾਈ ਜਾਂਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਧੰਨ ਜੀਓ ਤੈਂ ਕੋ ਜਗ ਮੇ ਮੁਖ ਤੇ ਹਰ ਚਿੱਤ ਮੇ ਯੁੱਧ ਵਿਚਾਰੇ। ਉਹ ਧੰਨ ਵਿਅਕਤੀ ਨੇ ਜਿਹੜੇ ਆਪਣੇ ਚਿੱਤ ਦੇ ਨਾਲ ਲੜਦੇ ਨੇ। ਅੰਦਨ ਆਪ ਸੂ ਲੜੇ, ਜਗਨਨਾਥ ਸਿਉ ਗੋਸ਼ਟ ਕਰੇ। ਇਹ 9 ਪੋਹ ਦਾ ਦਿਨ ਚੜ੍ਹਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੜੀ ਨੂੰ ਛੱਡ ਕੇ ਤੁਰ ਜਾਂਦੇ ਨੇ ਤੇ ਪਿੱਛੇ ਰਹਿ ਸਿੰਘ। ਫਿਰ ਦਿਨ ਚੜ੍ਹਦਾ ਤੇ ਜਦੋਂ ਮੁਗਲੀਆ ਫੌਜ ਆਣ ਕੇ ਪੈਂਦੀ ਆ ਤੇ ਉਹ ਵੀ 4 ਸਿੰਘ ਜਿਹੜੇ ਬੱਚੇ ਸੀ ਉਹ ਵੀ ਗੇਟ ਖੋਲ੍ਹ ਕੇ ਬਾਹਰ ਹੋ ਜਾਂਦੇ ਨੇ ਤੇ ਬੜੀ ਸੂਰਮਤਾ ਦੇ ਨਾਲ ਲੜਦੇ ਨੇ। ਤੇ 4 ਵਿਅਕਤੀ ਹਜ਼ਾਰਾਂ ਵਿਅਕਤੀਆਂ ਨਾਲ ਕਿਵੇਂ ਲੜ ਸਕਦੇ ਨੇ? ਹਮ ਆਖਰ ਕੇ ਮਰਦੀ ਕਾਰਜਾਰ ਕੁਨ ਦਾ। ਕੋਈ ਬਹੁਤ ਵੱਡਾ ਬਹਾਦਰ ਵੀ ਹੋਏ ਪਰ ਉਹਨੂੰ ਵੀ ਜੇ ਹਜ਼ਾਰਾਂ ਵਿਅਕਤੀ ਆਣ ਕੇ ਪੈ ਜਾਣ, ਉਹਦੀ ਬਹਾਦਰੀ ਕੀ ਕੰਮ ਕਰ ਸਕਦੀ ਹੈ? ਹਮ ਆਖਰ ਕੇ ਮਰਦੀ ਕਾਰਜਾਰ ਕੁਨ ਦਾ। ਬਰ ਚਿਹਲ ਤਨ ਆਇਦਸ਼, ਬਰ ਚਿਹਲ ਤਨ ਆਇਦਸ਼ ਬੇਸ਼ੁਮਾਰ। ਬੇਸ਼ੁਮਾਰ 40 ਵਿਅਕਤੀਆਂ ਦੇ ਉੱਤੇ ਆਣ ਕੇ ਪੈ ਗਏ ਤੇ ਅਸੀਂ ਕੀ ਲੜ ਸਕਦੇ ਸਾਂ? ਇੱਧਰ ਫਿਰ ਜਦੋਂ 9 ਪੋਹ ਨੂੰ ਫਿਰ ਭਾਈ ਸੰਗਤ ਸਿੰਘ ਦੇ ਉੱਤੇ ਕਲਗੀ ਲੱਗੀ ਹੋਈ ਸੀ ਸੀਸ ਉੱਤੇ। ਤੇ ਜਦੋਂ ਵੈਰੀ ਦਲ ਨੇ ਵੇਖਿਆ ਵੀ ਆਹ ਗੁਰੂ ਗੋਬਿੰਦ ਸਿੰਘ ਦਾ ਸਿਰ ਵਾ, ਸਰੀਰ ਵਾ, ਉਹਨਾਂ ਨੇ ਸਿਰ ਜਿਹੜਾ ਸੀ ਧੜ ਨਾਲੋਂ ਵੱਖਰਾ ਕਰ ਲਿਆ। ਤੇ ਸਿਰ ਜਦੋਂ ਧੜ ਨੂੰ ਵੱਖਰਾ ਕੀਤਾ ਤੇ ਜਦੋਂ ਦੀ ਪਹਿਚਾਣ ਕੀਤੀ ਗਈ ਤੇ ਪਤਾ ਲੱਗ ਗਿਆ ਵੀ ਇਹ ਸਿਰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ। ਠੀਕ ਆ, ਉਹਨਾਂ ਜੈਸਾ ਕੱਦ ਕਾਠ ਮਹਾਂਦਰਾ ਰਲਦਾ ਹੈ, ਪਰ ਉਹ ਨੂਰ ਨਹੀਂ ਹੈ। ਪੈਗੰਬਰਾਂ ਦੇ ਚਿਹਰੇ ਉੱਤੇ ਨੂਰ ਹੁੰਦਾ ਹੈ, ਉਹ ਨੂਰ ਨਹੀਂ ਹੈ। ਫਿਰ ਉਸੇ ਵੇਲੇ ਹੀ ਪਿੰਡਾਂ ਦੇ ਵਿੱਚ ਡੋਡੀ ਪਿੱਟੀ ਗਈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਫੜਾਏਗਾ ਉਹਨੂੰ ਇਨਾਮ ਦਿੱਤਾ ਜਾਏਗਾ। ਇਹ 9 ਪੋਹ ਨੂੰ ਹੀ ਪਿੰਡਾਂ ਦੇ ਵਿੱਚ ਆਵਾਜ਼ਾਂ ਲਾ ਦਿੱਤਾ ਗਿਆ, ਹੋਕਾ ਦੇ ਦਿੱਤਾ ਗਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਫੜਾਏਗਾ ਉਹਨੂੰ ਇਨਾਮ ਦਿੱਤਾ ਜਾਏਗਾ। ਉਦੋਂ ਪਿੰਡਾਂ ਵਿੱਚ ਹੁੰਦੇ ਸੀ ਚੌਕੀਦਾਰ, ਉਹ ਸ਼ਾਮਾਂ ਨੂੰ ਫਿਰ ਇੱਕ ਪੀਪਾ ਲੈ ਕੇ ਤੇ ਰੌਲਾ ਪਾਉਂਦੇ ਤੇ ਗਲੀਆਂ 'ਚ ਫਿਰਦੇ ਹੁੰਦੇ ਤੇ ਲੋਕਾਂ ਨੂੰ
ਦੱਸਦੇ ਹੁੰਦੇ ਸੀ। ਜਿਹੜਾ ਫੜਾਏਗਾ ਉਹਨੂੰ ਇਨਾਮ ਮਿਲੇਗਾ, ਤੇ ਜਿਹੜਾ ਪਨਾਹ ਦੇਗਾ ਉਹਦਾ ਸਰਬਨਾਸ਼ ਕੀਤਾ ਜਾਏਗਾ। ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਫੜਾਉਣ ਵਾਲੇ ਨੂੰ ਇਨਾਮ ਦਿੰਦੀਆਂ, ਤੇ ਜਿਹੜਾ ਬਾਗੀਆਂ ਨੂੰ ਪਨਾਹ ਦੇਵੇ ਉਹਨੂੰ ਸਜ਼ਾਵਾਂ ਦਿੰਦੀਆਂ। ਇੱਧਰ ਫਿਰ ਗੁਰੂ ਗੋਬਿੰਦ ਸਿੰਘ ਜਦੋਂ ਹੁਣ ਅੱਗੇ ਤੁਰ ਰਹੇ ਨੇ 9 ਪੋਹ ਨੂੰ, ਅੱਗੇ ਪਿੰਡ ਆ ਗਿਆ ਬਹਿਲੋਲ। ਮੈਂ ਅੱਗੇ ਕਹਿੰਦਾ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਤੇ ਚਮਕੌਰ ਦੇ ਨਾਲ ਸਿੰਘ ਨੇ ਮਹਾਰਾਜ ਦੇ ਉੱਥੇ ਅੰਦਰ ਘਿਰੇ ਹੋਏ ਨੇ। ਤੇ ਇੱਕ ਹੋਰ ਵੱਡੀ ਗੱਲ ਹੈ ਕਿ ਜਦੋਂ ਮਹਾਰਾਜ ਦਾ ਪਰਿਵਾਰ ਵਿਛੜਦਾ ਨਾ, ਪਰਿਵਾਰ ਵਿਛੋੜੇ ਵਾਲੇ ਥਾਂ ਤੇ ਉਥੋਂ 3 ਹਿੱਸੇ ਹੋ ਜਾਂਦੇ ਨੇ ਪਰਿਵਾਰ ਦੇ। ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਇੱਕ ਪਾਸੇ ਨੂੰ ਤੁਰ ਜਾਂਦੇ ਨੇ, 10ਵੇਂ ਪਾਤਸ਼ਾਹ ਫਿਰ ਚਮਕੌਰ ਨੂੰ ਆ ਜਾਂਦੇ ਨੇ, ਤੇ ਗੁਰੂ ਗੋਬਿੰਦ ਸਿੰਘ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ, ਇਹ ਭਾਈ ਜਵਾਰ ਸਿੰਘ ਤੇ ਭਾਈ ਮਨੀ ਸਿੰਘ ਦੇ ਨਾਲ ਜਾਂਦੇ ਨੇ ਰੋਪੜ। ਤੇ ਜਵਾਰ ਸਿੰਘ ਦਾ ਰਿਸ਼ਤੇਦਾਰ ਹੈ ਉੱਥੇ ਰੋਪੜ ਦੇ ਵਿੱਚ ਭਾਈ ਧੰਨਾ ਸਿੰਘ, ਉਹਦੇ ਘਰ ਵਿੱਚ ਜਾ ਕੇ ਵਿਸ਼ਰਾਮ ਕਰਦੇ ਨੇ। ਤੇ ਭਾਈ ਧੰਨਾ ਸਿੰਘ ਦੇ ਕੋਲ ਬੈਲ ਗੱਡੀ ਸੀ। ਇਹ ਫਿਰ ਸਮਾਂ ਪਾ ਕੇ ਭਾਈ ਧੰਨਾ ਸਿੰਘ, ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਭਾਈ ਮਨੀ ਸਿੰਘ ਤੇ ਭਾਈ ਜਵਾਰ ਸਿੰਘ ਇਹ ਦਿੱਲੀ ਨੂੰ ਗੱਡੀ ਉੱਤੇ ਜਾਂਦੇ ਨੇ। ਭੇਸ ਬਦਲ ਕੇ, ਮਾਤਾ ਨੇ ਬੁਰਕੇ ਕੀਤੇ ਹੋਏ ਨੇ, ਮੂੰਹ ਢੱਕੇ ਹੋਏ ਨੇ। ਉਹਨਾਂ ਨੇ ਇਹ ਸੋਚਿਆ ਵੀ ਪੰਜਾਬ ਦੇ ਚ ਰਹਿ ਕੇ ਤੇ ਬੜੀ ਵੱਡੀ ਮੁਸ਼ਕਲ ਬਣ ਸਕਦੀ ਆ, ਤੇ ਆਪਾਂ ਦਿੱਲੀ ਨੂੰ ਚੱਲੀਏ। ਇਹ ਫਿਰ ਭਾਈ ਮਨੀ ਸਿੰਘ, ਜਵਾਰ ਸਿੰਘ, ਧੰਨਾ ਸਿੰਘ ਤੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਰੋਪੜ ਤੋਂ ਇੱਕ ਗੱਡੇ ਉੱਤੇ ਬਹਿ ਕੇ, ਬੈਲ ਗੱਡੀ ਜਿਹਨੂੰ ਕਹਿੰਦੇ ਅਸੀਂ, ਬੈਲ ਗੱਡੀ ਉੱਤੇ ਬਹਿ ਕੇ ਫਿਰ ਇਹ ਦਿੱਲੀ ਨੂੰ ਤੁਰ ਜਾਂਦੇ ਨੇ। ਤੇ ਮਹਾਰਾਜ 9 ਪੋਹ ਨੂੰ ਹੁਣ ਬਹਿਲੋਲ ਆ ਗਏ ਨੇ ਪਿੰਡ ਵਿੱਚ। ਤੇ ਇੱਥੇ ਇੱਕ ਗੁਰੂ ਕਾ ਮਸੰਦ ਰਹਿੰਦਾ ਸੀ, ਪ੍ਰਚਾਰਕ ਰਹਿੰਦਾ ਸੀ। ਤੇ ਮਹਾਰਾਜ ਜਦੋਂ ਉਹਦੇ ਘਰ ਜਾ ਕੇ ਉਹਦਾ ਬੂਹਾ ਖੜਕਾਇਆ, ਉਹ ਚੁਬਾਰੇ ਤੇ ਸੀ, ਤੇ ਉਹਦਾ ਨੌਕਰ ਸੀ ਥੱਲੇ ਭਾਈ ਜੂਣਾ। ਉਹਨੇ ਜਦੋਂ ਬੂਹਾ ਖੋਲਿਆ ਤੇ ਪੂਰਨ ਮਸੰਦ ਨੇ ਮਹਾਰਾਜ ਦੀ ਆਵਾਜ਼ ਪਛਾਣ ਲਈ, ਤੇ ਉਹ ਜੂਣੇ ਨੂੰ ਕਹਿੰਦਾ ਉਹਨਾਂ ਨੂੰ ਕਹਿ ਦਿਓ ਵੀ ਪੂਰਨ ਘਰ ਨਹੀਂ ਹੈ। ਤੇ ਜਦੋਂ ਉਹਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਇਸ ਤਰ੍ਹਾਂ ਕਹਿੰਦਾ ਹੈ, ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ। ਫਿਰ ਇੱਥੋਂ ਭਾਈ ਜੂਣਾ ਮਹਾਰਾਜ ਨੂੰ ਇੱਕ ਟਿੰਡ ਦੇ ਵਿੱਚ ਬਲਦੀ ਹੋਈ ਅੱਗ ਕੋਲੇ ਪਾ ਕੇ ਦਿੰਦਾ ਹੈ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰਾਂ, ਤੁਹਾਡੇ ਹੱਥ ਪੈਰ ਠਰੇ ਹੋਏ ਨੇ, ਕੱਪੜੇ ਭਿੱਜੇ ਹੋਏ ਨੇ। ਤੇ ਕਹਿਣ ਲੱਗਾ ਮਹਾਰਾਜ ਮੈਂ ਕੀ ਸੇਵਾ ਕਰਾਂ। ਕਹਿਣ ਲੱਗੇ ਤੂੰ ਭਾਈ ਸੇਵਾ ਕੀ ਕਰਨੀ, ਜਿਹਨੇ ਸੇਵਾ ਕਰਨੀ ਉਹ ਤਾਂ ਮੁੱਕਰ ਗਿਆ, ਫਿਰ ਮੈਂ ਇੱਥੇ ਹੀ ਨਹੀਂ ਆ, ਤੇਰਾ ਮਾਲਕ ਤਾਂ ਮੁੱਕਰ ਗਿਆ। ਸਹਿਬ ਸੰਕਟ ਵੈ ਸੇਵਕ ਭਜੇ। ਮਹਾਰਾਜ ਕਹਿੰਦੇ ਕੋਈ ਸਾਹਿਬ ਦੇ ਉੱਤੇ, ਗੁਰੂ ਪੀਰ ਉੱਤੇ ਕੋਈ ਸੰਕਟ ਬਣ ਕੇ ਆ ਜੇ ਤੇ ਚੇਲਾ ਉਹਦਾ ਭੱਜ ਜਾਵੇ। ਸਹਿਬ ਸੰਕਟ ਵੈ ਸੇਵਕ ਭਜੇ, ਚਿਰੰਕਾਲ ਨਾ ਜੀਵੇ ਦੋ ਕੁਲ ਲੱਜੇ। ਤੇ ਗੁਰੂ ਪੀਰ ਤੋਂ ਭੱਜ ਕੇ ਆਪਾਂ ਕਿੰਨਾ ਕੁ ਚਿਰ ਬੇਮੁਖ ਹੋ ਕੇ ਜ਼ਿੰਦਗੀ ਜੀ ਲਾਂਗੇ। ਦੋ ਕੁੱਲ ਲੱਜੇ। ਮਹਾਰਾਜ ਕਹਿੰਦੇ ਲੋਕ ਵੇ ਤੇ ਪਰਲੋਕ ਦੋਵੇਂ ਹੀ ਕੁੱਲਾਂ ਨੂੰ ਲਾਜ ਲਾ ਕੇ ਉਹ ਬੰਦਾ ਜਾਂਦਾ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਜਿਹੜਾ ਸਾਹਿਬ ਨੂੰ ਸੰਕਟ ਪੈ ਜੇ ਤੇ ਸੇਵਕ ਭੱਜ ਜਾਵੇ। ਸਾਹਿਬ ਸੰਕਟ ਵੈ ਸੇਵਕ ਭਜੇ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੇ। ਇਹ ਕਹਿਣ ਲੱਗਾ ਮਹਾਰਾਜ ਮੈਂ ਕੀ ਸੇਵਾ ਕਰਾਂ ਤੁਹਾਡੀ। ਕਹਿਣ ਲੱਗੇ ਭਾਈ ਜੂਣਿਆ ਤੂੰ ਕੀ ਸੇਵਾ ਕਰਨੀ, ਸੇਵਾ ਤੂੰ ਉਹਨੇ ਕਰਨੀ ਸੀ ਜਿਹੜਾ ਅੰਦਰ ਲੁਕ ਗਿਆ, ਪੂਰਨ ਮਸੰਦ। ਇਹ ਕਹਿੰਦੇ ਨੇ ਵੀ ਭਾਈ ਜੂਣੇ ਨੇ ਮਹਾਰਾਜ ਨੂੰ ਇੱਕ ਟਿੰਡ ਦੇ ਵਿੱਚ ਅੱਗ ਬਾਲ ਕੇ ਦਿੱਤੀ। ਮਾਨੇ ਹੱਥ ਪੈਰ ਸੇਕੇ। ਰਾਤ ਦਾ ਸਮਾਂ ਹੈ, ਕਿਉਂਕਿ ਦਿਨੇ ਤੇ ਚੱਲਦੇ ਨਹੀਂ ਸੀ। ਉਹ ਮੁਸਲਮਾਨੀ ਇਲਾਕਾ ਸੀ ਜਿੱਥੇ ਮਹਾਰਾਜ ਤੁਰੇ ਜਾ ਰਹੇ ਆ ਨਾ, ਜਾਂ ਜਿੱਧਰ ਨੂੰ ਮਾਛੀ ਆੜੇ ਨੂੰ ਜਾ ਰਹੇ ਆ, ਤੇ ਮਾਛੀ ਆੜੇ ਜਿਹੜਾ ਇਹ ਮੁਸਲਮਾਨਾਂ ਦਾ ਇਲਾਕਾ ਹੈ।
ਇਹਨੂੰ ਮਾਛੀਵਾੜਾ ਇਸ ਕਰਕੇ ਕਹਿੰਦੇ ਨੇ ਕਿ ਇਹਦੇ ਲਾਗੇ ਦੀ ਸੇਮ ਨਾਲੇ ਵਗਦੇ ਸੀ ਤੇ ਲੋਕੀ ਮੱਛੀਆਂ ਫੜ ਫੜ ਕੇ ਇੱਥੇ ਵੇਚਦੇ ਹੁੰਦੇ ਸਨ। ਜਿੱਦਾਂ ਕਿ ਭੇਡਾਂ ਦਾ ਵਾੜਾ, ਬੱਕਰੀਆਂ ਦਾ ਵਾੜਾ, ਇੱਕ ਹੋਰ ਕਹਿੰਦੇ ਖਾਲਾ ਜੀ ਦਾ ਵਾੜਾ। ਕਿ ਜੇ ਕਿਸੇ ਨੂੰ ਕਹਿਣਾ ਹੋਵੇ ਨਾ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਕੋਈ ਖਾਲਾ ਜੀ ਕੋਈ ਸੇਠ ਹੋਇਆ ਤੇ ਉਹਨੇ ਖਰਬੂਜੀਆਂ ਦਾ ਖੇਤ ਲਾਇਆ ਸੀ, ਤੇ ਉਹਨੂੰ ਖਰਬੂਜੀਆਂ ਦਾ ਵਾੜਾ ਕਿਹਾ ਜਾਂਦਾ ਸੀ। ਉਹ ਜਿਹੜਾ ਮਰਜ਼ੀ ਆਵੇ ਖਰਬੂਜੇ ਖਾ ਕੇ ਤੁਰ ਜਾਓ, ਕਿਸੇ ਨੂੰ ਕਵੇ ਨਾ ਕੁਝ। ਉਹ ਤੋਂ ਹੀ ਮੁੜ ਕੇ ਕਹਾਵਤ ਬਣ ਗਈ, ਇਹ ਖਾਲਾ ਜੀ ਦਾ ਵਾੜਾ ਨਹੀਂ ਹੈ। ਉਹਨੇ ਖੁੱਲੀ ਛੱਟੀ ਦਿੱਤੀ ਸੀ ਵੀ ਮੇਰੇ ਵਾੜੇ ਚ ਆਣ ਕੇ, ਖਰਬੂਜਿਆਂ ਦੇ ਵਾੜੇ ਚ ਆਣ ਕੇ ਜਿਹੜਾ ਮਰਜ਼ੀ ਕੋਈ ਖਰਬੂਜੇ ਖਾ ਲੇ, ਤੇ ਮੌਜਾਂ ਲੱਗ ਗਈਆਂ ਵਿਹਲੜਾਂ ਨੂੰ। ਉਹ ਜਿਹੜਾ ਆਵੇ ਖਰਬੂਜੇ ਖਾ ਕੇ ਤੁਰ ਜੇ, ਮੁੜ ਕੇ ਉੱਥੋਂ ਕਹਾਵਤ ਬਣ ਗਈ, ਇਹ ਖਾਲਾ ਜੀ ਦਾ ਵਾੜਾ ਨਹੀਂ ਹੈ। ਜਾਨੀ ਕਿ ਤੇਰੀ ਮਰਜ਼ੀ ਨਹੀਂ ਇੱਥੇ ਚੱਲਣੀ। ਤੇ ਇਹ ਜਿਹਨੂੰ ਮਾਛੀਵਾੜਾ ਕਹਿੰਦੇ ਨੇ, ਇੱਥੇ ਮੱਛੀਆਂ ਫੜ ਫੜ ਕੇ ਲੋਕੀ ਰੱਖਦੇ ਹੁੰਦੇ ਸਨ। ਮੁਸਲਮਾਨਾਂ ਦਾ ਏਰੀਆ ਹੈ ਤੇ ਉਹਨਾਂ ਵਿੱਚ ਮਾਸ ਖਾਣਾ ਜਾਇਜ਼ ਹੈ। ਤੇ ਲਾਗੋਂ ਦੀ ਸੇਮ ਨਾਲਾ ਵਗਦਾ, ਸਤਲੁਜ ਦਰਿਆ ਵਗਦਾ, ਤੇ ਮੱਛੀਆਂ ਫੜ ਫੜ ਕੇ ਇੱਥੇ ਢੇਰ ਲਾ ਕੇ ਲੋਕੀ ਉੱਥੇ ਮੱਛੀਆਂ ਵੇਚਦੇ ਸੀ। ਤਾਂ ਉਹਨੂੰ ਮਾਛੀਵਾੜਾ ਕਹਿੰਦੇ ਨੇ, ਤਾਂ ਉਹਦਾ ਨਾਮ ਮਾਛੀਵਾੜਾ ਹੈ। ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਹਿਲੋਲ ਪਿੰਡ ਤੋਂ ਤੁਰ ਪਏ ਨੇ ਮਾਛੀਵਾੜੇ ਨੂੰ, ਤੇ ਪੂਰਨ ਮਸੰਦ ਦੇ ਘਰ ਬੈਠੇ ਹੋਏ ਨੇ, ਤੇ ਭਾਈ ਜੂਣੇ ਨੇ ਅੱਗ ਬਾਲੀ ਹੋਈ ਹੈ, ਤੇ ਮਹਾਰਾਜ ਦੇ ਨਾਲ ਸਿੰਘ ਨੇ ਹੱਥ ਸੇਕ ਰਹੇ ਨੇ। ਕੈਸਾ ਸਮਾਂ ਬਣਿਆ ਸਾਧ ਸੰਗਤ ਜੀ, ਕਿ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਲੋਕੀ ਬੂਹੇ ਬੰਦ ਕਰਦੇ ਸਨ, ਤੇ ਜਦੋਂ ਮਹਾਰਾਜ ਦੇ ਕੋਲ ਕੋਈ ਇੱਕ ਕੌਲੀ ਬਣੀ ਸੀ ਪਾਣੀ ਪੀਣ ਵਾਸਤੇ, ਉਹ ਜਿਹੜੀ ਅਸੀਂ ਕਹਿੰਦੇ ਨਾ ਕਿ ਉਹ ਗੰਗਾ ਸਾਗਰ, ਉਹ ਵੀ ਇੱਕ ਲੁਹਾਰ ਨੇ ਬਣਾ ਕੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਕਿਤੇ ਕੰਮ ਆਊਗਾ ਜਿਹੜਾ। ਤੇ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਨੂੰ, ਕਿਉਂਕਿ ਸਰਕਾਰ ਨੇ ਇਹ ਹੋਕਾ ਦਿੱਤਾ ਹੋਇਆ ਸੀ ਵੀ ਜਿਹੜਾ ਪਨਾਹ ਦੇਵੇਗਾ ਉਹਦਾ ਸਰਬਨਾਸ਼ ਕੀਤਾ ਜਾਵੇਗਾ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਫੜਾਏਗਾ, ਦੱਸ ਪਾਵੇਗਾ, ਉਹਨੂੰ ਇਨਾਮ ਦਿੱਤਾ ਜਾਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਿੰਡ ਬਹਿਲੋਲ ਦੇ ਵਿੱਚ ਬੈਠੇ ਹੋਏ ਨੇ ਜੂਣੇ ਦੇ ਕੋਲ, ਤੇ ਅੱਗ ਸੇਕ ਰਹੇ ਨੇ। ਤੇ ਰਾਤ ਰਾਤ ਹੀ ਮਹਾਰਾਜ ਨੇ ਤੁਰਨਾ, ਕਿਉਂਕਿ ਮੁਸਲਮਾਨਾਂ ਦਾ ਇਲਾਕਾ ਵਾ, ਦਿਨੇ ਤੁਰਿਆ ਨਹੀਂ ਜਾਣਾ, ਪਤਾ ਲੱਗ ਜਾਣਾ। ਇੱਥੋਂ ਫਿਰ ਭਾਈ ਜੂਣੇ ਨੇ ਮਹਾਰਾਜ ਇੱਕ ਟਿੰਡ ਦੇ ਵਿੱਚ ਅੱਗ ਬਾਲ ਕੇ ਦਿੱਤੀ, ਕੋਲੇ ਪਾ ਕੇ ਦਿੱਤੇ। ਆਖਿਆ ਮਹਾਰਾਜ ਰਸਤੇ ਵਿੱਚ ਵੀ ਤੁਹਾਡੇ ਅੱਗ ਤੇ ਕੋਲੇ ਕੰਮ ਆਉਣਗੇ, ਤੇ ਮੈਂ ਗਰੀਬ ਇੰਨੀ ਕਿ ਸੇਵਾ ਕਰ ਸਕਦਾ ਹੈ। ਤੇ ਭਾਈ ਸਾਹਿਬ ਕਹਿਣ ਲੱਗੇ, ਜਿਹਨੇ ਸੇਵਾ ਕਰਨੀ ਉਹ ਤੇ ਅੰਦਰ ਲੁਕ ਗਿਆ ਹੈ ਭਾਈ। ਅੱਜ ਵੀ ਜਿਹੜੇ ਆਪਣੇ ਆਪ ਨੂੰ ਸਰਦਾਰ ਵਿਖਾਉਂਦੇ ਨੇ, ਉਹ ਗੁਰੂ ਤੋਂ ਬੇਮੁਖ ਹੋ ਕੇ ਪਏ ਹੋਏ ਨੇ ਘਰਾਂ 'ਚ, ਬੇਪਰਵਾਹੀਆਂ ਦੀ ਜ਼ਿੰਦਗੀ ਕੱਟ ਰਹੇ ਨੇ। ਉਹਨਾਂ ਨੂੰ ਕੱਲ ਪਤਾ ਨਹੀਂ ਵੀ 8 ਪੋਹ ਸੀ ਤੇ ਗੁਰਦੁਆਰੇ ਆਉਣਾ ਹੈ, ਪਤਾ ਹੀ ਨਹੀਂ। ਵੱਡੇ ਵੱਡੇ ਸਰਦਾਰ ਵਿਖਾਉਣ ਵਾਲੇ ਰਾਤ ਨੂੰ ਸ਼ਰਾਬ ਨਾਲ ਨਹਾ ਕੇ ਸੌਂਦੇ ਨੇ, ਪੀ ਕੇ ਨਹੀਂ ਸੌਂਦੇ, ਨਹਾ ਕੇ ਸੌਂਦੇ ਨੇ, ਸ਼ਰਾਬ ਨਾਲ ਨਹਾਉਂਦੇ ਲੋਕੀ। ਇਹ ਫਿਰ ਮਹਾਰਾਜ ਉੱਥੋਂ ਤੁਰ ਪੈਂਦੇ ਨੇ ਬਹਿਲੋਲ ਪਿੰਡ ਤੋਂ, ਰਾਤ ਨੂੰ ਤੁਰਦੇ ਨੇ, ਦਿਨੇ ਤੁਰਿਆ ਨਹੀਂ ਜਾਣਾ, ਮੁਸਲਮਾਨੀ ਇਲਾਕਾ ਹੈ। ਤੇ ਕਿਸੇ ਕਵੀ ਨੇ ਲਿਖਿਆ ਵੀ ਜਦੋਂ ਤੁਰੇ ਜਾ ਰਹੇ ਨੇ ਤੇ ਰੁੱਖ ਚੋ ਰਹੇ ਨੇ, ਤੇ ਮਾਹੌਲ ਬੜਾ ਸ਼ਾਂਤ ਹੈ, ਧੁੰਦ ਪਈ ਹੋਈ ਹੈ, ਇਹੀ ਦਿਨ ਨੇ। ਤੇ ਰੁੱਖ ਆਪਸ ਵਿੱਚ ਗੱਲਾਂ ਪਏ ਕਰਦੇ ਨੇ, ਰੁੱਖਾਂ ਕੋਲੋਂ ਰੁੱਖ ਪੁੱਛਦੇ, ਕਿਹੜਾ ਰਾਹੀ ਤੁਰਿਆ ਇਹ ਜਾਵੇ। ਬੜੇ ਰਾਹੀ ਸਾਡੇ ਇਸ ਥੱਲਿਓਂ ਦੀ ਗੁਜ਼ਰੇ ਨੇ, ਪਰ ਆਹ ਜਿਹੜਾ ਰਾਹੀ ਤੁਰਿਆ ਜਾ ਰਿਹਾ ਹੈ, ਕੋਈ ਵੱਖਰੀ ਕਿਸਮ ਦਾ ਰਾਹੀ ਤੁਰਿਆ ਜਾ ਰਿਹਾ ਹੈ। ਕਿਉਂਕਿ ਪੈਗੰਬਰ ਮਹਾਂਪੁਰਖ ਜਿਨ੍ਹਾਂ ਰਸਤਿਆਂ ਦੇ ਉੱਤੋਂ ਦੀ ਗੁਜ਼ਰ ਜਾਣ, ਉਹ ਰਸਤੇ ਪਵਿੱਤਰ ਹੋ ਜਾਂਦੇ ਨੇ, ਉਹ ਰਸਤੇ ਮਹਾਨ ਹੋ ਜਾਂਦੇ ਨੇ। ਤਾਈਓਂ ਤੇ ਆਨੰਦਪੁਰ ਸਾਹਿਬ ਤੋਂ ਜਿਹੜੀ
ਪਿੰਡਾਂ ਦੇ ਵਿੱਚੋਂ ਦੀ ਸੜਕ ਜਾਂਦੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉਸ ਸੜਕ ਦਾ ਨਾਂ ਰੱਖਿਆ ਗਿਆ ਗੋਬਿੰਦ ਮਾਰਗ। ਜਿਸ ਜਿਸ ਰਸਤੇ ਥਾਣੀ, ਜਿਸ ਜਿਸ ਪਿੰਡ ਥਾਣੀ ਗੁਰੂ ਗੋਬਿੰਦ ਸਿੰਘ ਨਿਕਲ ਕੇ ਜਾ ਰਹੇ ਨੇ ਨਾ, ਉਸ ਸੜਕ ਦਾ ਨਾਂ ਅੱਜ ਕੱਲ੍ਹ ਗੋਬਿੰਦ ਮਾਰਗ ਹੈ। ਤੇ ਰੁੱਖਾਂ ਕੋਲੋਂ ਰੁੱਖ ਪੁੱਛਦੇ, ਕਿਹੜਾ ਰਾਹੀ ਤੁਰਿਆ ਏ ਜਾਵੇ, ਫੁੱਲ ਇਹਦੇ ਕੋਲ ਕੋਈ ਨਹੀਂ ਪਰ ਮਹਿਕ ਖਿਲਾਰਦਾ ਜਾਵੇ। ਮਹਾਂਪੁਰਖਾਂ ਦੀ ਆਪਣੀ ਅੰਦਰ ਦੀ ਇੱਕ ਮਹਿਕ ਹੁੰਦੀ ਆ, ਤੇ ਦੁਨੀਆਦਾਰ ਦੇ ਅੰਦਰ ਇੱਕ ਬਹੁਤ ਵੱਡੀ ਸੜਾਂਦ ਹੁੰਦੀ ਆ। ਦੁਨੀਆਦਾਰ ਸੜਿਆ ਹੁੰਦਾ ਅੰਦਰੋਂ। ਮਹਾਂਪੁਰਖ ਅੰਦਰੋਂ ਗੁਲਾਬ ਵਾਂਗੂ ਮਹਿਕਾਂ ਖਿਲਾਰਦੇ ਨੇ ਕਿ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ, 8 ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਜਿਹਦੇ ਅੰਦਰ ਰੱਬੀ ਨਾਮ ਹੈ, ਰੱਬੀ ਪਿਆਰ ਹੈ, ਰੱਬੀ ਰਸ ਆ, ਉਹਦੇ ਅੰਦਰ ਸੁਗੰਧੀ ਹੈ। ਉਹ ਅੰਦਰੋਂ ਸੁਗੰਧ ਨਾਲ ਭਰਿਆ ਪਿਆ ਹੈ। ਕਰੋਧੀ ਬੰਦਾ, ਲੋਭੀ ਬੰਦਾ, ਹੰਕਾਰੀ ਬੰਦਾ ਅੰਦਰੋਂ ਸੜਿਆ ਪਿਆ ਹੈ। ਉਹਦੀ ਸੜਾਂਦ ਮੱਥੇ ਤੇ ਵੀ ਦਿਖਾਈ ਦਿੰਦੀ ਆ, ਤੇ ਪੈਗੰਬਰਾਂ ਦੀ ਸੁਗੰਧੀ ਤੇ ਖੁਸ਼ਬੂ ਤੇ ਅੰਦਰਲੀ ਮਹਿਕ ਜਿਹੜੀ ਉਹਨਾਂ ਦੇ ਨੇਤਰਾਂ ਤੇ ਮੱਥੇ ਤੇ ਚਮਕਦੀ ਹੈ। ਆ ਦੇਖਦੇ ਹਾਂ ਕਿਤੇ ਜਦੋਂ ਜਾਣ ਦਾ ਮੌਕਾ ਮਿਲਦਾ ਪਿੰਡਾਂ 'ਚ, ਜਿਹੜੇ ਲੋਕ 2-4 ਗੁਰਦੁਆਰੇ ਆਉਂਦੇ ਨੇ, ਮੱਥੇ ਸੜੇ ਪਏ ਨੇ, ਸੜੇ ਲੋਕ ਬੈਠੇ, ਸੰਗਤ ਵਿੱਚ ਹੀ ਸੜੇ ਲੋਕ ਬੈਠੇ ਹੁੰਦੇ ਨੇ। ਕੋਈ ਚਿਹਰੇ ਤੇ ਰੌਣਕ ਹੀ ਨਹੀਂ ਹੈ, ਚਿਹਰੇ ਤੇ ਕੋਈ ਗੁਰੂ ਦਾ ਪਿਆਰ ਹੀ ਨਹੀਂ ਚਮਕ ਰਿਹਾ, ਬੈਠੇ ਹੋਏ ਨੇ ਸੰਗਤ ਵਿੱਚ। ਇਹਨਾਂ ਸੜਿਆਂ ਲੋਕਾਂ ਨੂੰ ਵੇਖ ਕੇ ਫਿਰ ਬੜੀ ਨਫ਼ਰਤ ਆਉਂਦੀ ਹੈ। ਕਬੀਰ ਸਾਹਿਬ ਨੇ ਤਾਈਓ ਕਿਹਾ ਸੀ, ਲੋਕੋ ਜੋ ਪ੍ਰਭ ਕੀਏ ਭਗਤ ਤੇ ਬਾਜ। ਜਿਹੜੇ ਬੰਦੇ ਭਗਤੀ ਨਹੀਂ ਕਰਦੇ, ਜਿਹੜੇ ਰੱਬ ਦੇ ਰਾਹ ਤੇ ਨਹੀਂ ਤੁਰਦੇ, ਉਹਨਾਂ ਤੋਂ ਦੂਰ ਰਹੋ ਜੇ ਤੁਸੀਂ। ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਣੇ ਰਹੀਏ। ਡਰ ਕੇ ਰਹੋ, ਲੁਕ ਕੇ ਰਹੋ ਇਹਨਾਂ ਲੋਕਾਂ ਤੋਂ। ਇਹ ਬੜੇ ਖਤਰਨਾਕ ਲੋਕ ਨੇ, ਇਹ ਤੁਹਾਡੀ ਜ਼ਿੰਦਗੀ 'ਚ ਬੜਾ ਖਤਰਾ ਪੈਦਾ ਕਰ ਦੇਣਗੇ ਲੋਕ। ਤਾਈਓ ਤੇ ਭਗਤ ਸੂਰਦਾਸ ਨੇ ਕਿਹਾ ਸੀ, ਛਾੜ ਰੇ ਮਨ ਹਰ ਬੇਮੁਖਣ ਕੋ ਸੰਗ। ਐ ਬੰਦਿਆਂ, ਜੇ ਤੂੰ ਰੱਬ ਦੇ ਰਾਹ ਤੇ ਤੁਰਨਾ ਚਾਹੁੰਦਾ ਹੈ, ਤੇ ਆ ਜਿਹੜੇ ਬੇਮੁਖ ਵਿਅਕਤੀ ਨੇ, ਇਹਨਾਂ ਦਾ ਸਾਥ ਛੱਡ ਦੇ ਤੂੰ। ਇਹ ਤੈਨੂੰ ਰੱਬ ਦੇ ਰਾਹ ਤੇ ਨਹੀਂ ਤੁਰਨ ਦੇਣਗੇ। ਇਹ ਸੜੇ ਹੋਏ ਲੋਕ ਨੇ, ਤੈਨੂੰ ਵੀ ਸਾੜ ਦੇਣਗੇ। ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਧਾਂ ਨੂੰ, ਜੋਗੀਆਂ ਨੂੰ, ਤੁਸੀਂ ਜਾ ਕੇ ਪ੍ਰਚਾਰ ਕਰੋ ਧਰਤੀ ਉੱਤੇ। ਸਿੱਧ ਕਹਿੰਦੇ ਉਹ ਤੇ ਸੜੇ ਲੋਕ ਨੇ, ਉਹ ਤੇ ਅੰਦਰੋਂ ਕ੍ਰੋਧੀ ਲੋਕ ਨੇ, ਤੇ ਸੜਿਆਂ ਦੇ ਕੋਲ ਅਸੀਂ ਆਪਣੀ ਠੰਡ ਲੈ ਕੇ ਕਿਵੇਂ ਜਾਵਾਂਗੇ? ਸੜੇ ਤੇ ਸਾਨੂੰ ਵੀ ਸਾੜ ਦੇਣਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਚ ਕੇ ਰਹੋ। ਕਹਿਣ ਲੱਗੇ ਕਿਵੇਂ ਬਚਿਆ ਜਾ ਸਕਦਾ ਹੈ? ਅੱਗ ਦੇ ਵਿੱਚ ਕੋਈ ਹੱਥ ਪਾ ਦੇ ਤੇ ਮੁੜ ਕੇ ਆਖੇ ਬਚ ਜਾਓ। ਕੋਈ ਪਾਣੀ ਵਿੱਚ ਵੜ ਜੇ ਤੇ ਆਖੇ ਨਿਰਲੇਪ ਰਹੋ। ਪਾਣੀ 'ਚ ਵੜ ਕੇ ਕੋਈ ਨਿਰਲੇਪ ਰਹਿ ਸਕਦਾ ਹੈ? ਕੋਈ ਅੱਗ ਵਿੱਚ ਹੱਥ ਪਾ ਦੇ ਤੇ ਮੁੜ ਕੇ ਆਖੇ ਨਿਰਲੇਪ ਰਹੋ, ਸੜਿਓ ਨਾ, ਕਿਵੇਂ ਹੋ ਸਕਦਾ ਹੈ? ਸੜੇ ਲੋਕਾਂ ਕੋਲ ਜਾ ਕੇ ਸਾਨੂੰ ਵੀ ਸੜਨਾ ਪਊਗਾ। ਸਿੱਧ ਕਹਿਣ ਲੱਗੇ ਅਸੀਂ ਸੜਿਆਂ ਵਿਅਕਤੀਆਂ ਤੋਂ ਦੂਰ ਹੀ ਰਹਿਣਾ ਚਾਹੁੰਦੇ ਆ। ਤੇ ਰੁੱਖਾਂ ਕੋਲੋਂ ਰੁੱਖ ਪੁੱਛਦੇ, ਗੁਰੂ ਗੋਬਿੰਦ ਸਿੰਘ ਤੁਰੇ ਜਾ ਨੇ ਮਾਛੀਵਾੜੇ ਨੂੰ, ਤੇ ਰੁੱਖ ਵੀ ਆਪਸ ਵਿੱਚ ਗੱਲਾਂ ਪਏ ਕਰਦੇ ਨੇ, ਰੁੱਖ ਵੀ ਝੁੱਕ ਕੇ ਸਲਾਮਾਂ ਪਏ ਕਰਦੇ ਨੇ। ਕਿਹੜਾ ਰਾਹੀ ਤੁਰਿਆ ਏ ਜਾਵੇ, ਫੁੱਲ ਇਹਦੇ ਕੋਲ ਕੋਈ ਨਹੀਂ। ਮੈਂ ਕਹਿ ਰਿਹਾ ਸੀ ਅੰਦਰ ਦੀ ਮਹਿਕ ਹੁੰਦੀ ਹੈ, ਅੰਦਰ ਦੀ ਮਿਠਾਸ ਹੁੰਦੀ ਹੈ। ਤੇ ਜਿਹੜੇ ਅੰਦਰੋਂ ਸੜੇ ਵਿਅਕਤੀ ਨੇ, ਉਹਨਾਂ ਦੀ ਸੜਾਂਦ ਫਿਰ ਬਾਹਰ ਵੀ ਨਿਕਲਦੀ ਹੈ, ਕ੍ਰੋਧ ਰਾਹੀਂ, ਈਰਖਾ ਰਾਹੀਂ। ਜਿਹੜਾ ਅੰਦਰੋਂ ਠੰਡਾ ਹੋ ਗਿਆ, ਉਹਦੇ ਅੰਦਰੋਂ ਫਿਰ ਸੁਗੰਧੀ ਆਉਂਦੀ ਹੈ। ਤੇ ਜਿਹੜੇ ਅੰਦਰੋਂ ਕ੍ਰੋਧੀ ਨੇ, ਉਹ ਫਿਰ ਈਰਖਾ ਕੱਢਦੇ ਨੇ ਬਾਹਰ। ਫੁੱਲ ਇਹਦੇ ਕੋਲ ਕੋਈ ਨਹੀਂ ਪਰ ਮਹਿਕ ਖਿਲਾਰਦਾ ਜਾਵੇ। ਬਿਨਾਂ ਫੁੱਲਾਂ ਤੋਂ ਮਹਿਕ ਜ਼ਿੰਦਗੀ 'ਚ ਆ ਸਕਦੀ ਹੈ ਜੇ ਸਬਰ ਸੰਤੋਖ ਤੇ ਰੱਬ ਦੇ ਚਰਨਾਂ ਨਾਲ ਕੋਈ ਵਿਅਕਤੀ ਜੁੜਿਆ, ਜਿਹਦੇ ਕੋਲ ਸਬਰ ਸੰਤੋਖ ਹੈ ਤੇ ਰੱਬ ਦੇ ਚਰਨਾਂ ਨਾਲ ਜੁੜਿਆ ਹੋਇਆ, ਉਹਦੇ ਕੋਲ ਮਹਿਕ ਹੁੰਦੀ ਹੈ। ਮੈਂ ਕਹਿ ਰਿਹਾ ਸੀ ਅੱਜ ਬੰਦਾ ਬਾਹਰੋਂ ਅਮੀਰ ਹੋਈ ਜਾਂਦਾ ਹੈ, ਅੰਦਰੋਂ ਗਰੀਬ ਹੋਈ ਜਾਂਦਾ ਹੈ। ਕਬੀਰ ਬਾਹਰੋਂ ਗਰੀਬ ਹੈ, ਅੰਦਰੋਂ ਅਮੀਰ ਹੈ। ਭਗਤ ਅਮਰਦਾਸ ਜੀ ਬਾਹਰੋਂ ਗਰੀਬ ਨੇ, ਅੰਦਰੋਂ ਅਮੀਰ ਨੇ।
ਤੇ ਜਿਹੜੇ ਅੰਦਰੋਂ ਵਿਅਕਤੀ ਗਰੀਬ ਹੋ ਜਾਂਦੇ ਆ ਨਾ, ਬਾਹਰੋਂ ਅਮੀਰ ਹੋ ਜਾਂਦੇ ਆ, ਉਹਨਾਂ ਦੀ ਨੀਂਦ ਚੈਨ ਸਭ ਖਤਮ। ਸ਼ਰਾਬਾਂ ਪੀ ਕੇ ਸੌਂਦੇ ਨੇ ਵਿਅਕਤੀ, ਨਸ਼ੇ ਕਰਕੇ ਸੌਂਦੇ ਨੇ ਵਿਅਕਤੀ, ਸ਼ਰਾਬ ਰਾਹੀਂ ਨੀਂਦ ਲੈਂਦੇ ਨੇ। ਇਹਦਾ ਮਤਲਬ ਅੰਦਰੋਂ ਖੁਆਰ ਹੋ ਚੁੱਕੇ ਨੇ ਵਿਅਕਤੀ। ਜਿਹੜਾ ਸਹਿਜ ਵਿੱਚ ਵਾ, ਜਿਹੜਾ ਧੀਰਜ ਵਿੱਚ ਵਾ, ਉਹਨੂੰ ਕੁਦਰਤ ਨੀਂਦ ਦੇਵੇਗੀ। ਮੈਂ ਤਾਂ ਕੱਲ ਵੀ ਕਿਹਾ ਸੀ, ਏਡਾ ਵੱਡਾ ਭਾਣਾ ਵਾਪਰ ਗਿਆ 8 ਪੋਹ ਨੂੰ, ਤੇ 10ਵੇਂ ਪਾਤਸ਼ਾਹ ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਪਏ ਸੁਣਦੇ ਨੇ ਬੈਠ ਕੇ। ਇਹ ਸਹਿਜ ਵਿਅਕਤੀ, ਜਿਹੜੇ ਸਹਿਜ ਵਿਅਕਤੀ ਨੇ, ਉਹਨਾਂ ਦੀ ਬਾਤ ਹੈ। ਤੇ ਫੁੱਲ ਇਹਦੇ ਕੋਲ ਕੋਈ ਨਹੀਂ, ਪਰ ਮਹਿਕ ਖਿਲਾਰਦਾ ਜਾਵੇ। ਫੁੱਲਾਂ ਤੋਂ ਬਿਨਾਂ ਵੀ ਮਹਿਕ ਹੈ। ਭਾਗ ਸਾਡੇ ਹੋਣ ਵੱਡੜੇ। ਰੁੱਖ ਕਹਿੰਦੇ ਜੇ ਕਿਤੇ ਸਾਡੇ ਥੱਲੇ ਬਹਿ ਜਾਵੇ ਵਿਅਕਤੀ ਜਿਹੜਾ ਤੁਰਿਆ ਜਾ ਰਿਹਾ ਹੈ, ਪਤਾ ਨਹੀਂ ਇਹਦੇ ਕੋਲ ਕੀ ਹੈ, ਪਤਾ ਨਹੀਂ ਇਹਦੇ ਕੋਲ ਕੀ ਹੈ। ਮਹਿਕ ਬੜੀ ਹੈ, ਇਹਦੇ ਕੋ ਟਿਕਾਅ ਬੜਾ ਹੈ, ਇਹਦਾ ਚਿਹਰਾ ਚਮਕਦਾ ਪਿਆ, ਰਾਤ ਨੂੰ ਵੀ ਚਿਹਰਾ ਪਿਆ ਚਮਕਦਾ। ਇਹਦੇ ਪਤਾ ਨਹੀਂ ਚਿਹਰੇ ਤੇ ਕੀ ਹੈ, ਕੌਣ ਵਿਅਕਤੀ ਤੁਰਿਆ ਜਾ ਰਿਹਾ ਹੈ। ਤੇ ਭਾਗ ਸਾਡੇ ਹੋਣ ਵੱਡੜੇ, ਡੇਰਾ ਸਾਡੇ ਥੱਲੇ ਲਾਵੇ। ਜੇ ਕਿਤੇ ਖਲੋ ਜਾਵੇ ਵਿਅਕਤੀ ਜਿਹੜਾ ਤੁਰਿਆ ਜਾ ਰਿਹਾ ਹੈ, ਰੁੱਖ ਕਹਿੰਦੇ ਸਾਡੇ ਵੀ ਭਾਗ ਜਾਗ ਜਾਣਗੇ। ਵਾਕਿਆ ਜਿਨ੍ਹਾਂ ਰੁੱਖਾਂ ਥੱਲੇ ਸਾਹਿਬ ਖਲੋ ਗਏ ਨੇ, ਉਹ ਰੁੱਖ ਪੂਜੇ ਗਏ ਨੇ, ਉਹ ਅਜੇ ਤੱਕ ਪੂਜੇ ਜਾ ਰਹੇ ਨੇ। ਉਹ ਸਦੀਆਂ ਤੱਕ ਪੂਜਦੇ ਰਹਿਣਾ ਲੋਕਾਂ ਨੇ ਉਹਨਾਂ ਰੁੱਖਾਂ ਨੂੰ, ਜਿਨ੍ਹਾਂ ਰੁੱਖਾਂ ਥੱਲੇ ਉਹ ਖਲੋ ਗਏ ਨੇ। ਭਾਗ ਸਾਡੇ ਹੋਣ ਵੱਡੜੇ, ਡੇਰਾ ਸਾਡੇ ਥੱਲੇ ਲਾਵੇ। ਤੇ ਮੈਂ ਕੱਲ ਵੀ ਕਿਹਾ ਸੀ ਵੀ ਅਬਦਾਲੀ ਵੀ ਲੁੱਟ ਕੇ ਤੁਰਿਆ ਜਾ ਰਿਹਾ ਹੈ, ਦਿੱਲੀ ਤੋਂ ਲੁੱਟ ਕੇ ਤੁਰਿਆ ਜਾ ਰਿਹਾ ਹੈ ਕਾਬਲ ਕੰਧਾਰ ਨੂੰ। ਕੋਈ ਯਾਦਗਾਰ ਨਹੀਂ ਹੈ, ਕੋਈ ਯਾਦ ਨਹੀਂ ਕਰਦਾ। ਤੇ 10ਵੇਂ ਪਾਤਸ਼ਾਹ ਸਭ ਕੁਝ ਲਟਾ ਕੇ ਤੁਰੇ ਜਾ ਰਹੇ ਨੇ। ਚਮਕੌਰ 8 ਪੋਹ ਨੂੰ ਸੱਚੇ ਪਾਤਸ਼ਾਹ ਪੁੱਤਰਾਂ ਨੂੰ ਵੀ ਲੁਟਾ ਕੇ ਤੁਰੇ ਜਾ ਰਹੇ ਨੇ। ਆਨੰਦਪੁਰ ਵੀ ਲਟਾ ਕੇ ਤੁਰੇ ਜਾ ਰਹੇ ਨੇ, ਖਾਲੀ ਹੱਥੀਂ ਜਾ ਰਹੇ ਨੇ। ਕੋਈ ਸਾਜੋ ਸਮਾਨ ਵੀ ਨਹੀਂ, ਨਾ ਫੌਜੋ ਨਾ ਫੌਜੋ ਨਾ ਫਰਸ਼, ਕੁਛ ਵੀ ਨਹੀਂ ਹੈ। ਪਰ ਜਿੱਥੋਂ ਦੀ ਉਹ ਲੰਘ ਗਏ ਨੇ, ਉਹ ਥਾਵਾਂ ਨੂੰ ਪੂਜਿਆ ਜਾ ਰਿਹਾ ਹੈ। ਤੇ ਮੈਂ ਕੱਲ ਵੀ ਇੱਕ ਪੋਸਟ ਪਾਈ ਸੀ, ਗੁਰੂ ਉਹ ਨਹੀਂ ਆ ਜਿਹੜਾ ਧਰਤੀ ਤੇ ਆਣ ਕੇ ਕੁਛ ਪ੍ਰਾਪਤ ਕਰੇ। ਅਭਿਆਸਾਂ ਵਾਲੇ ਪ੍ਰਾਪਤ ਕਰ ਰਹੇ ਨਾ, ਜ਼ਮੀਨਾਂ ਖਰੀਦ ਰਹੇ ਨੇ, ਡੇਰੇ ਬਣਾ ਰਹੇ ਨੇ, ਕਬਜ਼ੇ ਕਰ ਰਹੇ ਨੇ, ਇਹ ਪ੍ਰਾਪਤ ਕਰ ਰਹੇ ਧਰਤੀ ਤੇ ਆਣ ਕੇ। ਜਿਹੜਾ ਧਰਤੀ ਤੇ ਆਣ ਕੇ ਕੁਛ ਪ੍ਰਾਪਤ ਕਰੇ ਉਹ ਗੁਰੂ ਨਹੀਂ ਹੁੰਦਾ। ਗੁਰੂ ਤਾਂ ਉਹ ਹੁੰਦਾ ਜੋ ਸਭ ਕੁਛ ਹੀ ਵਾਰ ਦੇਵੇ, ਵੰਡ ਦੇਵੇ, ਉਸ ਨੂੰ ਗੁਰੂ ਕਹਿੰਦੇ ਆ। ਪ੍ਰਾਪਤ ਕਰਨ ਵਾਲੇ ਨੂੰ ਗੁਰੂ ਨਹੀਂ ਕਹਿੰਦੇ, ਵੰਡਣ ਵਾਲੇ ਨੂੰ ਗੁਰੂ ਕਹਿੰਦੇ ਆ, ਜਿਹੜਾ ਵੰਡ ਦੇਵੇ, ਵਾਰ ਦੇਵੇ। ਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤਾਂ ਕਿਆ ਪਿਆ ਜੀਵਤ ਕਈ ਹਜ਼ਾਰ। ਇਹ ਫਿਰ ਤੁਰਦਿਆਂ ਤੁਰਦਿਆਂ 10ਵੇਂ ਪਾਤਸ਼ਾਹ ਇੱਕ ਜੰਡ ਥੱਲੇ ਬਹਿੰਦੇ ਨੇ। ਫਿਰ ਮਾਛੀਵਾੜੇ ਤੋਂ ਬਾਹਰ ਉੱਥੇ ਗੁਰਦੁਆਰਾ ਜੰਡਸਰ ਸਾਹਿਬਾ, ਉਹਦੇ ਲਾਗੇ ਹੀ ਫਿਰ ਇੱਕ ਖੂਹ ਸੀ, ਤੇ ਖੂਹ ਦੇ ਕਿਨਾਰੇ ਤੇ ਇੱਕ ਬੇਰੀ ਸੀ। ਫਿਰ ਉਸ ਬੇਰੀ ਦੇ ਥੱਲੇ ਮਾਰੇ ਡੇਰਾ ਲਾਇਆ, ਤੇ ਉਸ ਖੂਹ ਤੋਂ ਮਾਰਨ ਨੇ ਫਿਰ ਜਲ ਲੈ ਕੇ ਆਪਣੇ ਹੱਥ ਪੈਰ ਸਾਫ਼ ਕੀਤੇ, ਜਲ ਛਕਿਆ, ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਨਿਭਾਇਆ। ਵੱਡੀ ਗੱਲ ਆ ਵਾ ਵੀ ਜੇ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਵੀ ਵੇਖੋ, 10ਵੇਂ ਪਾਤਸ਼ਾਹ ਆਸਾ ਦੀ ਵਾਰ ਸੁਣਦੇ ਰਹੇ, ਰਹਿ ਰਾਸ ਦਾ ਪਾਠ ਸੁਣਦੇ ਰਹੇ, ਤੇ ਸਿੱਖ ਕਿਉਂ ਨਹੀਂ ਆਸਾ ਦੀ ਵਾਰ ਸੁਣਦਾ? ਸਿੱਖ ਕਿਉਂ ਨਹੀਂ ਰਹਿ ਰਾਸ ਦੇ ਪਾਠ ਵੇਲੇ ਗੁਰਦੁਆਰੇ ਵੜਦਾ? ਉਹ ਗੱਲ ਆ ਗਈ, 3-3 ਮੰਜ਼ਲਾਂ ਗੁਰਦੁਆਰੇ ਪਾ ਲਏ ਨੇ, ਤੇ ਰਾਤ ਨੂੰ ਭਾਈ ਇਕੱਲਾ ਹੀ ਪਾਠ ਕਰਨ ਦਿਆ ਹੁੰਦਾ ਗੁਰਦੁਆਰੇ। ਇਹ ਪਤਾ ਨਹੀਂ 3-3 ਮੰਜ਼ਲਾਂ ਬਣਾ ਕੇ ਇਹਨਾਂ ਨੇ ਕੀ ਕਰਨਾ ਹੈ। ਉਹ ਨਹੀਂ, ਇਹ ਬਣਾ ਲਿਆ ਤੇ ਇਹਨਾਂ 'ਚ ਬਹੁੜ ਆ। ਲੋਕਾਂ ਨੇ ਘਰ ਪਾ ਲਏ ਨੇ 2-2 ਮੰਜ਼ਲਾਂ, 3-3 ਮੰਜ਼ਲਾਂ,
ਤੇ ਦਿਨ ਚੜ੍ਹਦੇ ਘਰਾਂ ਨੂੰ ਸੁੰਨੇ ਛੱਡ ਕੇ ਭੱਜ ਜਾਂਦੇ ਨੇ ਲੋਕ। ਕੋਈ ਆਇਆ ਨੂੰ ਭੱਜ ਜਾਂਦਾ, ਪਤਾ ਨਹੀਂ ਲੋਕੀ ਕਿੱਧਰ ਨੂੰ ਭੱਜੇ ਜਾ ਰਹੇ। ਇਹ ਭੱਜ ਕੇ ਕੀ ਕਰਨਾ ਚਾਹੁੰਦੇ ਨੇ ਲੋਕ। ਇਹ ਫਿਰ ਮਹਾਰਾਜ ਨੇ ਉਹ ਖੂਹ ਦੇ ਉੱਤੋਂ, ਅੱਜ ਕੱਲ੍ਹ ਉੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ, ਉੱਥੇ ਸਾਹਿਬ ਦੇ ਚਰਨ ਪਏ ਨੇ ਤਾਂ ਉਸ ਨੂੰ ਚਰਨ ਕਮਲ ਕਹਿੰਦੇ ਨੇ। ਗੁਰਦੁਆਰਾ ਮਾਛੀਵਾੜਾ ਸਾਹਿਬ, ਚਰਨ ਕਮਲ ਸਾਹਿਬ। ਇੱਥੇ ਬਾਗ ਦੇ ਵਿੱਚ ਮਹਾਰਾਜ ਬੈਠੇ ਹੋਏ ਨੇ, ਕਿਉਂਕਿ ਹੁਣ ਦਿਨ ਚੜ੍ਹ ਗਿਆ ਏ। ਇਹ 9 ਪੋਹ ਦੀ ਰਾਤ ਨੂੰ ਮਹਾਰਾਜ ਤੁਰੇ ਆਉਂਦੇ ਨੇ। 9 ਪੋਹ ਦਿਨ ਮਹਾਰਾਜ ਨੇ ਕਿਸੇ ਝਾੜ ਦੇ ਥੱਲੇ ਬਤੀਤ ਕੀਤਾ, ਕਿਉਂਕਿ ਤੁਰ ਨਹੀਂ ਸਕਦੇ ਸੀ, ਮੁਸਲਮਾਨੀ ਇਲਾਕਾ ਸੀ। ਤੇ 9 ਪੋਹ ਦੀ ਰਾਤ ਨੂੰ ਮਹਾਰਾਜ ਤੁਰੇ ਆ ਰਹੇ ਨੇ ਬਹਿਲੋਲ ਤੋਂ। ਇੱਥੇ ਹੁਣ ਮਾਛੀਵਾੜੇ ਆ ਗਏ ਨੇ, ਦਿਨ ਦਾ ਚੜ੍ਹਾਅ ਹੋਣ ਲੱਗਾ ਤੇ ਮਹਾਰਾਜ ਫਿਰ ਇੱਕ ਬਾਗ ਦੇ ਵਿੱਚ ਡੇਰਾ ਕਰ ਲਿਆ। ਨਾਲ ਭਾਈ ਦਇਆ ਸਿੰਘ ਜੀ ਨੇ ਤੇ ਭਾਈ ਧਰਮ ਸਿੰਘ ਜੀ ਨੇ ਤੇ ਤੀਸਰੇ ਭਾਈ ਮਾਨ ਸਿੰਘ ਨੇ। ਇਹ ਫਿਰ ਭਾਈ ਮਾਨ ਸਿੰਘ ਉਹ ਇਸ ਮਾਛੀਵਾੜੇ ਇੱਕ ਮਸੰਦ ਰਹਿੰਦਾ ਸੀ, ਭਾਈ 2 ਰਹਿੰਦੇ ਸੀ, ਮਸੰਦ ਗਲਾਬਾ ਤੇ ਪੰਜਾਬਾ। ਇਹ ਭਾਈ ਮਾਨ ਸਿੰਘ ਜਾ ਕੇ ਫਿਰ ਗਲਾਬੇ ਤੇ ਪੰਜਾਬੇ ਨੂੰ ਦੱਸਦੇ ਨੇ ਵੀ ਗੁਰੂ ਗੋਬਿੰਦ ਸਿੰਘ ਬਾਹਰ ਤੁਹਾਡੇ ਬਾਗ ਵਿੱਚ ਆਣ ਕੇ ਡੇਰਾ ਲਾਇਆ ਬੈਠੇ ਹੋਏ ਨੇ। ਉਹ ਦਿਨੇ ਨਿਕਲ ਨਹੀਂ ਸਕਦੇ ਬਾਗ ਚੋਂ ਬਾਹਰ, ਮੁਸਲਮਾਨੀ ਇਲਾਕਾ ਹੈ। ਇਹ ਫਿਰ ਭਾਈ ਪੰਜਾਬਾ ਤੇ ਗਲਾਬਾ ਆਪਣੇ ਘਰ ਤੋਂ ਦੁੱਧ ਗਰਮ ਕਰਕੇ ਤੇ ਪ੍ਰਸ਼ਾਦੇ ਲੈ ਕੇ ਗੁਰੂ ਗੋਬਿੰਦ ਸਿੰਘ ਵਾਸਤੇ ਭਾਈ ਪੰਜਾਬਾ ਤੇ ਗਲਾਬਾ ਫਿਰ ਉਸ ਬਾਗ ਦੇ ਵਿੱਚ ਆਉਂਦੇ ਨੇ। ਅੱਜ ਪਤਾ ਨਹੀਂ ਤੀਜੇ ਚੌਥੇ ਦਿਨ ਅੱਜ ਕੋਈ ਖਾਣ ਨੂੰ ਮਿਲਿਆ ਏ। 7 ਪੋਹ ਨੂੰ ਕੁਛ ਨਹੀਂ ਮਿਲਿਆ, 8 ਪੋਹ ਨੂੰ ਕੁਝ ਨਹੀਂ ਮਿਲਿਆ ਖਾਣ ਨੂੰ, 9 ਪੋਹ ਨੂੰ ਕੁਛ ਨਹੀਂ ਮਿਲਿਆ ਖਾਣ ਨੂੰ। ਅੱਜ 10 ਪੋਹ ਚੜ੍ਹਿਆ, ਅੱਜ ਚੌਥੇ 5ਵੇਂ ਦਿਨ ਕੁਝ ਦੁੱਧ ਦੇ ਘੁੱਟ ਮਿਲੇ ਨੇ ਥੋੜੇ ਜਿਹੇ ਤੇ ਪ੍ਰਸ਼ਾਦੇ ਮਿਲੇ ਨੇ ਖਾਣ ਵਾਸਤੇ। ਕੈਸਾ ਸਮਾਂ ਹੈ। ਕਿੱਦਾਂ ਦੇ ਵਿਅਕਤੀ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੇ ਸੀ। ਕਈ ਦਿਨ ਭੁੱਖਿਆਂ ਹੀ ਰਹਿਣ ਵਾਲੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਵਰਗੇ। ਆਮ ਵਿਅਕਤੀ ਗੁਰੂ ਨਾਲ ਕਿਵੇਂ ਕਾਢ ਕੱਢ ਸਕਦਾ ਹੈ, ਕਿਹੜਾ ਝੱਲੇ ਗੁਰੂ ਦੀ ਚਾਲਾ। ਇਹ ਫਿਰ ਇੱਥੇ ਆਣ ਕੇ ਗਲਾਬੇ ਤੇ ਪੰਜਾਬੇ ਦੇ ਘਰੋਂ ਦੁੱਧ ਆਇਆ, ਪ੍ਰਸ਼ਾਦੇ ਆਏ, ਮਹਾਰਾਜ ਛਕੇ, ਦਿਹਾੜੀ ਬਤੀਤ ਕੀਤੀ 10 ਪੋਹ ਦੀ। ਤੇ ਰਾਤ ਨੂੰ ਫਿਰ ਗਲਾਬਾ ਤੇ ਪੰਜਾਬਾ ਕਹਿਣ ਲੱਗਾ ਮਹਾਰਾਜ ਹੁਣ ਰਾਤ ਪੈ ਚੱਲੀ ਆ, ਇੱਥੇ ਬਾਗ ਦੇ ਵਿੱਚ ਰੁੱਖਾਂ ਨੇ ਚੋਣਾ ਵਾ, ਰਾਤ ਇੱਥੇ ਕਿਵੇਂ ਕੱਟੀ ਜਾਊਗੀ। ਉਹ ਇੱਥੇ ਫਿਰ ਪੰਜਾਬਾ ਤੇ ਗਲਾਬਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਲੈ ਜਾਂਦੇ ਨੇ ਰਾਤ ਨੂੰ, 10 ਪੋਹ ਦੀ ਰਾਤ ਨੂੰ। ਮੂੰਹ ਮਨੇਰੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ, ਕਿਉਂਕਿ ਮੁਸਲਮਾਨਾਂ ਦਾ ਪਿੰਡ ਹੈ ਮਾਛੀਵਾੜਾ। ਤੇ ਮਾਛੀਵਾੜਾ ਇਸ ਨੂੰ ਇਸ ਕਰਕੇ ਕਹਿੰਦੇ ਨੇ ਕਿ ਇੱਥੇ ਮੱਛੀਆਂ ਦਾ ਵਪਾਰ ਹੁੰਦਾ ਸੀ, ਲਾਗੋਂ ਦੀ ਸਤਲੁਜ ਦਰਿਆ ਵਗਦਾ ਸੀ, ਮੱਛੀਆਂ ਦਾ ਵਾੜਾ ਸੀ ਤਾਂ ਇਹਨੂੰ ਮਾਛੀਵਾੜਾ ਕਹਿੰਦੇ ਨੇ। ਇਹ 10 ਪੋਹ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗਲਾਬੇ ਤੇ ਪੰਜਾਬੇ ਦੇ ਚੁਬਾਰੇ ਵਿੱਚ ਰਾਤ ਕੱਟਦੇ ਨੇ। 4 ਪੋਹ ਦਾ ਦਿਨ ਚੜ੍ਹਿਆ ਤੇ ਸਕੀਮ ਬਣਾਈ ਗਈ ਵੀ ਇਹ ਮੁਸਲਮਾਨਾਂ ਦਾ ਇਲਾਕਾ ਵਾ ਤੇ ਇੱਥੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਦੇ ਸੇਵਕ ਸਨ ਭਾਈ ਗਨੀ ਖਾਂ ਤੇ ਨਬੀ ਖਾਂ, ਉਹਨਾਂ ਨੂੰ ਸੱਦਿਆ ਗਿਆ। ਇਸ ਚਮਕੌਰ ਦੇ ਅੰਦਰ ਇੱਕ ਮਾਈ ਹੈ ਜੋ ਸੱਚੇ ਪਾਤਸ਼ਾਹ ਦੇ ਵਾਸਤੇ ਚੋਲਾ ਕੱਪੜੇ ਤਿਆਰ ਕਰਕੇ ਤੇ ਮਹਾਰਾਜ ਨੂੰ ਯਾਦ ਕਰਦੀ ਆ। ਮਾਈ ਹਰਦੋਈ ਮਾਂ ਭਾਈ ਨਿਹਾਲੇ ਖੱਤਰੀ ਦੀ ਮਾਂ ਹੈ। ਮਹਾਰਾਜ ਨੇ ਉਸ ਮਾਈ ਨੂੰ ਵੀ ਸੱਦਿਆ ਤੇ ਉਹ ਕੱਪੜੇ ਲੈ ਕੇ ਆਈ ਮਹਾਰਾਜ ਵਾਸਤੇ। ਤੇ ਭਾਈ ਗਨੀ ਖਾਂ ਤੇ ਨਬੀ ਖਾਂ ਵੀ ਆ ਗਿਆ। ਤੇ ਹੁਣ ਅਗਲੇ ਸਮੇਂ ਦੇ ਬਾਰੇ ਸੋਚਿਆ ਗਿਆ ਵੀ ਹੁਣ ਕੱਲ ਨੂੰ 12 ਪੋਹ ਨੂੰ ਕਰਨਾ ਕੀ ਹੈ। ਕਹਿੰਦੇ ਫਿਰ ਉਹਨਾਂ ਮਹਾਰਾਜ ਸਕੀਮ ਘੜੀ ਵੀ ਇੱਥੋਂ ਹੁਣ ਆਪਣਾ ਲਿਬਾਸ ਬਦਲ ਲਿਆ ਜਾਵੇ, ਕਿਉਂਕਿ ਬਾਹਰ ਤਾਂ ਫੌਜਾਂ ਫਿਰਦੀਆਂ ਨੇ, ਤੁਰਿਆ ਜਾਣਾ ਨਹੀਂਗਾ, ਘੇਰਾ ਪੈ ਜਾਣਾ ਤੇ ਫੜੇ ਜਾਵਾਂਗੇ।
ਹੁਣ ਸਾਡੇ ਕੋਈ ਨੇ ਸਿੰਘ ਵੀ ਨਹੀਂ ਜਿਹੜਾ ਅਸੀਂ ਇਹਨਾਂ ਦਾ ਟਾਕਰਾ ਕਰ ਸਕੀਏ। ਤੇ ਵਕਤ ਵਿਚਾਰੇ ਸੋ ਬੰਦਾ ਹੋਏ। ਸਮੇਂ ਨੂੰ ਵਾਚਦਿਆਂ ਹੋਇਆਂ ਮਹਾਰਾਜ ਨੇ ਫਿਰ ਉਹ ਜਿਹੜਾ ਮਾਈ ਹਰਦੋਈ ਨੇ ਕੱਪੜਾ ਅਰਪਣ ਕੀਤਾ, ਉਹਨੂੰ ਇੱਕ ਨਲਾਰੀ ਦੇ ਮੱਟ ਵਿੱਚ ਪਾ ਕੇ ਨੀਲਾ ਰੰਗ ਕੀਤਾ ਗਿਆ। ਤੇ ਨੀਲਾ ਬਾਣਾ ਸਾਡਾ ਨਹੀਂ ਆ, ਨੀਲਾ ਬਾਣਾ ਮੁਸਲਮਾਨਾਂ ਦਾ ਵਾ। ਉਹ ਚਿੱਟਿਆਂ ਕੱਪੜਿਆਂ ਤੋਂ ਫਿਰ ਨੀਲੇ ਕੱਪੜੇ ਕੀਤੇ ਗਏ ਤੇ ਮਹਾਰਾਜ ਨੇ ਫਿਰ ਉੱਚ ਦੇ ਪੀਰ ਆਪਣਾ ਰੂਪ ਧਾਰਨ ਕੀਤਾ। ਜਿੱਦਾਂ ਗੁਰੂ ਨਾਨਕ ਸਾਹਿਬ ਨਹੀਂ ਜਾਂਦੇ, ਬਾਬਾ ਫਿਰ ਮੱਕੇ ਗਿਆ ਨੀਲ ਰੂਪ ਧਾਰ ਬਨਵਾਰੀ। ਜਦੋਂ ਗੁਰੂ ਨਾਨਕ ਸਾਹਿਬ ਮੱਕੇ ਜਾਂਦੇ ਨੇ ਉਦੋਂ ਵੀ ਨੀਲਾ ਚੋਲਾ ਪਾ ਕੇ ਜਾਂਦੇ ਨੇ। ਤੇ ਅੱਜ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਤੋਂ ਨਿਕਲ ਲੱਗੇ ਨੇ, ਬਹੁਤਾ ਸਮਾਂ ਨਹੀਂ, 2 ਦਿਨ ਰਹੇ ਮਹਾਰਾਜ ਮਾਛੀਵਾੜੇ। ਇੱਥੇ ਕੁਝ ਇਤਿਹਾਸਕਾਰਾਂ ਨੇ ਕਿਹਾ ਵੀ ਗੁਲਾਬੇ ਪੰਜਾਬੀ ਨੇ ਆਖਿਆ ਮਹਾਰਾਜ ਮੇਰੇ ਕੋਲ ਨਾ ਰਹੋ ਤੁਸੀਂ। ਨਹੀਂ, ਮਹਾਰਾਜ ਨੂੰ ਆਪ ਹੀ ਪਤਾ ਸੀ ਵੀ ਇੱਥੇ ਰਹਿਣਾ ਸਾਡੇ ਵਾਸਤੇ ਠੀਕ ਨਹੀਂ ਆ। ਇਤਿਹਾਸਕਾਰ ਵੀ ਮਹਾਰਾਜ ਦੇ ਨਾਲ ਬੇਇਨਸਾਫੀਆਂ ਕਰਦੇ ਨੇ, ਸਿੱਖਾਂ ਨਾਲ ਵੀ ਬੇਇਨਸਾਫੀਆਂ ਕਰਦੇ ਨੇ। ਮਹਾਰਾਜ ਨੇ ਆਪ ਹੀ ਇੱਥੋਂ ਗਏ ਗੁਲਾਬੇ ਪੰਜਾਬੀ ਦੇ ਚੁਬਾਰੇ ਵਿੱਚੋਂ ਸਕੀਮ ਕੱਢ ਲਈ ਗਈ ਤੇ ਚਿੱਟੇ ਕੱਪੜੇ ਨੀਲੇ ਕੱਪੜੇ ਕੀਤੇ ਗਏ। ਤੇ ਮਹਾਰਾਜ ਨੇ ਫਿਰ ਮੁਸਲਮਾਨੀ ਲਿਬਾਸ ਧਾਰਨ ਕਰਕੇ ਇੱਕ ਮੰਜੇ ਤੇ ਬੈਠ ਗਏ। ਤੇ ਗਨੀ ਖਾਂ ਤੇ ਨਬੀ ਖਾਂ ਨੇ ਅਗਲੇ ਹਿੱਸੇ ਨੂੰ ਚੁੱਕਿਆ ਹੋਇਆ ਮੰਜੇ ਦੇ, ਤੇ ਪਿਛਲੇ ਪਾਸੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਪਿਛਲਾ ਹਿੱਸਾ ਚੁੱਕਿਆ ਹੋਇਆ, ਤੇ ਭਾਈ ਦਇਆ ਸਿੰਘ ਨੇ ਹੱਥ ਵਿੱਚ ਚੌਰ ਫੜਿਆ ਹੋਇਆ। ਤੇ ਮਾਛੀਵਾੜਾ ਛੱਡਣ ਲੱਗੇ ਨੇ ਤੇ ਤੁਰੇ ਜਾ ਨੇ, ਤੇ ਲੋਕਾਂ ਨੂੰ ਭੁਲੇਖਾ ਪੈ ਰਿਹਾ ਵੀ ਇਹ ਕੋਈ ਹੋ ਸਕਦਾ ਕੋਈ ਗਨੀ ਖਾਂ ਨਬੀ ਖਾਂ ਜਿਨ੍ਹਾਂ ਪੀਰਾਂ ਨੂੰ ਮੰਨਦੇ ਨੇ ਉਹ ਪੀਰ ਹੋਣ ਕੋਈ। ਇਹ ਫਿਰ ਜਦੋਂ ਮਹਾਰਾਜ ਥੋੜਾ ਜਿਹਾ ਅੱਗੇ ਤੁਰਦੇ ਨੇ, ਬਾਹਰ ਨਿਕਲਦੇ ਨੇ, ਤੇ ਬਾਹਰ ਫੌਜਾਂ ਫਿਰ ਰਹੀਆਂ ਨੇ ਮੁਗਲਿਆ ਹਕੂਮਤ ਆ। ਉਹ ਪੁੱਛਦੇ ਨੇ ਵੀ ਕੌਣ ਵਾ? ਤੇ ਗਨੀ ਖਾਂ ਕਹਿਣ ਲੱਗੇ ਵੀ ਇਹ ਤੇ ਉੱਚ ਦੇ ਪੀਰ ਨੇ। ਪਾਕਿਸਤਾਨ ਦਾ ਇੱਕ ਇਲਾਕਾ ਹੈ, ਉੱਥੋਂ ਦਾ ਪਿੰਡ ਦਾ ਨਾਮ ਹੈ ਉੱਚ। ਉੱਥੋਂ ਦੇ ਪੀਰ ਬੜੇ ਮਸ਼ਹੂਰ ਨੇ, ਜਿੱਦਾਂ ਨਾ ਬਗਦਾਦ ਦੇ ਬੜੇ ਪੀਰ ਮਸ਼ਹੂਰ ਨੇ, ਹਰਿਦੁਆਰ ਦੇ ਪੰਡਤ ਮਸ਼ਹੂਰ ਨੇ ਨਾ, ਤੇ ਉੱਚ ਪਿੰਡ ਦੇ ਪੀਰ ਬੜੇ ਮਸ਼ਹੂਰ ਨੇ। ਗਨੀ ਖਾਂ ਨਬੀ ਖਾਂ ਕਹਿਣ ਲੱਗੇ, ਜਦੋਂ ਫੌਜਾਂ ਨੇ ਪੁੱਛਿਆ ਕੌਣ ਹੈ, ਤੇ ਗਨੀ ਖਾਂ ਨਬੀ ਖਾਂ ਕਹਿਣ ਲੱਗੇ ਇਹ ਉੱਚ ਦੇ ਪੀਰ ਨੇ। ਤੇ ਉਹਨਾਂ ਨੂੰ ਹਦਾਇਤ ਸੀ ਕਿ ਕੋਈ ਲਿਬਾਸ ਬਦਲ ਕੇ, ਕੋਈ ਭੇਸ ਬਦਲ ਕੇ ਨਿਕਲ ਨਾ ਜਾਵੇ, ਪੂਰੀ ਸ਼ਨਾਖਤ ਕੀਤੀ ਜਾਵੇ, ਪੂਰੀ ਜਾਣਕਾਰੀ ਰੱਖੀ ਜਾਵੇ। ਕਹਿਣ ਲੱਗੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਨੇ ਸਮਝਣ ਵਾਸਤੇ ਕੋਈ ਕਾਜੀ ਨੂੰ ਸੱਦਿਆ। ਉਹ ਮਹਾਰਾਜ ਨੂੰ ਕਿਤੇ ਆਨੰਦਪੁਰ ਕਿਤੇ ਫਾਰਸੀ ਪੜ੍ਹਾਉਂਦਾ ਰਿਹਾ ਸੀ। ਉਹਨੇ ਵੀ ਆਣ ਕੇ ਜਦੋਂ ਮਹਾਰਾਜ ਨੂੰ ਤੱਕਿਆ ਤੇ ਮਹਾਰਾਜ ਨੇ ਉਹਨੇ ਕਾਜੀ ਨੇ ਪਛਾਣ ਲਿਆ ਵੀ ਇਹ ਤੇ 10ਵੇਂ ਪਾਤਸ਼ਾਹ ਬੈਠੇ ਹੋਏ ਨੇ। ਉਹਨੇ ਮੱਥਾ ਟੇਕ ਕੇ ਆਖਿਆ ਵੀ ਨਹੀਂ, ਇਹ 10ਵੇਂ ਪਾਤਸ਼ਾਹ ਨਹੀਂ ਹੈ, ਇਹ ਪੀਰਾਂ ਦੇ ਵੀ ਪੀਰ ਨੇ, ਉੱਚ ਦੇ ਪੀਰ ਨਹੀਂ, ਉਹਨਾਂ ਦੇ ਵੀ ਗਾਂਹ ਪੀਰਾਂ ਦੇ ਪੀਰ ਨੇ, ਤੇ ਬਹੁਤ ਵੱਡੇ ਪੀਰ ਨੇ, ਤੇ ਤੁਸੀਂ ਕਿਤੇ ਸਰਾਫ ਨਾ ਲੈ ਲਿਓ ਜੇ। ਤੁਸੀਂ ਏਡੇ ਵੱਡੇ ਪੀਰਾਂ ਨੂੰ ਰੋਕ ਕੇ ਬੈਠੇ ਹੋ ਤੇ ਕਿਤੇ ਸਰਾਫ ਨਾ ਲੈ ਲਿਓ ਜੇ। ਉਹਨਾਂ ਦੀ ਤਸੱਲੀ ਪੂਰੀ ਨਹੀਂ ਹੋਈ। ਉਹਨਾਂ ਨੇ ਫਿਰ ਆਖਿਆ ਵੀ ਜੇ ਉੱਚ ਦੇ ਪੀਰ ਨੇ ਤੇ ਇਹ ਸਾਡੇ ਨਾਲ ਫਿਰ ਗੋਸ਼ਤ ਖਾਣ। ਤੇ ਭਾਈ ਗਨੀ ਖਾਂ ਨਬੀ ਖਾਨ ਲੱਗੇ ਵੀ ਇਹਨਾਂ ਨੇ ਰੋਜ਼ਾ ਰੱਖਿਆ ਹੋਇਆ, ਇਹ ਸਦਾ ਰੋਜ਼ੇ ਤੇ ਰਹਿੰਦੇ ਨੇ, ਇਹ ਕੋਈ ਬਹੁਤਾ ਅਣਜਲ ਨਹੀਂ ਛਕਦੇ, ਰੋਜ਼ਾ ਰੱਖਿਆ ਹੋਇਆ। ਫਿਰ ਕਹਿਣ ਲੱਗੇ ਜੇ ਇਹਨਾਂ ਨੇ ਰੋਜ਼ਾ ਰੱਖਿਆ ਤੇ ਚਲੋ ਤੁਸੀਂ ਗੋਸ਼ਤ ਛਕੋ, ਕੋਈ ਝੋਟਾ ਝਾਟਾ ਕੋਈ ਵੱਢਿਆ ਹੋਊ ਉਹਨਾਂ ਨੇ। ਭਾਈ ਦਇਆ ਸਿੰਘ ਧਰਮ ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਬਚ ਗਏ, ਕਹਿਤਾ ਵੀ ਸਾਡਾ ਰੋਜ਼ਾ, ਤੇ ਸਾਡਾ ਹੁਣ ਕੀ ਬਣੂ? ਮਰ ਕੇ ਕੋਈ ਗੱਲ ਨਹੀਂ, ਵਕਤ ਵਿਚਾਰੇ ਸੋ ਬੰਦਾ ਹੋਵੇ, ਸਤ ਕਰਤਾਰ ਕਹਿ ਕੇ ਤੇ ਕਰਦ ਭੇਟ ਕਰਕੇ ਤੇ ਛਕ ਲਿਓ, ਕੁਛ ਨਹੀਂ ਹੁੰਦਾ। ਉੱਥੇ ਗੁਰਦੁਆਰਾ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਬੈਠੇ ਨੇ ਖਾਣ ਵਾਸਤੇ, ਮਾਸ ਆ ਗਿਆ, ਤੇ ਸਿੱਖੀ ਵਿੱਚ ਮਾਸ ਵਰਜਿਤ ਵਾ। ਜਿਹੜੇ ਕਈ ਕਹਿੰਦੇ ਨਾ ਵੀ ਬਾਣੀ ਕਹਿੰਦੀ ਨਹੀਂ 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 ਵਰਜਿਤ ਵਾ, ਇਹ ਬਾਣੀ ਨਾ ਖਾਣ ਬਾਰੇ ਕਹਿੰਦੀ, ਨਾ ਖਾਣ ਬਾਰੇ ਨਹੀਂ, ਬਾਣੀ ਬੜਾ ਕੁਛ ਕਹਿੰਦੀ ਹੈ।
ਉੱਥੇ ਫਿਰ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਨੇ ਵੇਖਿਆ ਵੀ ਸਾਹਮਣੇ ਤੇ ਮਾਸ ਪਰੋਸਿਆ ਆ ਗਿਆ, ਤੇ ਮਹਾਰਾਜ ਜੁਗਤੀ ਦੱਸੀ ਸੀ ਵੀ ਕਰਦ ਭੇਟ ਕਰਕੇ, ਛੋਟੀ ਕਿਰਪਾਨ ਨੂੰ ਕਰਦ ਬੋਲਿਆ ਜਾਂਦਾ ਹੈ। ਉਹ ਕਰਦ ਭੇਟ ਕਰਕੇ ਫਿਰ ਮਾਸ ਛਕ ਲਿਆ। ਉੱਥੇ ਗੁਰਦੁਆਰਾ ਕਰਦ ਭੇਟ ਸਾਹਿਬ ਹੈ। ਹੋ ਸਕਦਾ ਮੁੜ ਕੇ ਫਿਰ ਉਹਨਾਂ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਦੁਬਾਰਾ ਅੰਮ੍ਰਿਤ ਛਕਿਆ ਹੋਵੇ, ਕਿਉਂਕਿ ਇਹ ਖਾਸ ਕਰਕੇ ਮੁਸਲਮਾਨੀ ਮਾਸ ਤਾਂ ਬਿਲਕੁਲ ਵਿਵਰਜਿਤ ਹੈ। ਜਿਹੜੀਆਂ 4 ਬੱਜਰ ਕਰਹਿਤਾਂ ਨੇ ਨਾ, ਨਸ਼ਾ, ਹੁੱਕਾ, ਤਮਾਕੂ, ਜੋ ਵੀ ਜਿਹੜੀ 4 ਬੱਜਰ ਕਰਹਿਤਾਂ ਨੇ, ਪਰ ਇਸਤਰੀ ਦਾ ਸੰਗ, ਉਹਦੇ 'ਚ ਕੁੱਠਾ ਵੀ ਬੱਜਰ ਕਰਹਿਤ ਹੈ। ਤੇ ਉਹ ਸਦਾ ਬੱਜਰ ਕਹਿਤ ਨੂੰ ਦੁਬਾਰਾ ਫਿਰ ਭਾਈ ਦਇਆ ਸਿੰਘ ਧਰਮ ਸਿੰਘ ਨੇ ਫਿਰ ਦੁਬਾਰਾ ਅੰਮ੍ਰਿਤ ਛਕ ਕੇ ਇਸ ਦੀ ਸਦਾਈ ਕੀਤੀ ਹੋਵੇ। ਇਸ ਤਰ੍ਹਾਂ ਫਿਰ ਮਾਰ ਸੱਚੇ ਪਾਤਸ਼ਾਹ ਹੁਣ 12 ਪੋਹ ਨੂੰ ਉੱਚ ਦੇ ਪੀਰ ਬਣ ਕੇ ਤੁਰੇ ਜਾ ਰਹੇ ਨੇ। ਤੇ ਫਿਰ ਹੁਣ ਮਾਛੀ ਆੜੇ ਤੋਂ ਮਹਾਰਾਜ ਦੂਰ ਤੁਰ ਗਏ ਨੇ। ਅੱਗੇ ਫਿਰ ਲੰਮਾ ਇਤਿਹਾਸ ਆ। ਸਮਾਂ ਹੁਣ ਹੋ ਗਿਆ ਘੰਟਾ। ਤੋ ਮੈਂ ਕਹਿ ਰਿਹਾ ਸੀ ਭਾਈ, ਗੁਰੂ ਗੋਬਿੰਦ ਸਿੰਘ ਦੀ ਦੇਣ ਕੋਈ ਦੁਨੀਆ ਤੇ ਦੇ ਨਹੀਂ ਸਕਦਾ। ਸਿੱਖ ਕੌਮ ਨਹੀਂ ਦੇ ਨਹੀਂ ਸਕਦੀ। ਐਡੀਆਂ ਮਸ਼ੱਕਤਾਂ ਝੱਲ ਕੇ ਇਹ ਕੌਮ ਨੂੰ ਸਾਜਿਆ, ਤੇ ਐਡੇ ਕਰੜੇ ਅਸੂਲ ਇਸ ਕੌਮ ਦੇ ਬਣਾਏ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਰੱਬ ਰੱਬ ਜਪਣਾ, ਸੰਗਤ ਵਿੱਚ ਆਉਣਾ, ਕੀਰਤਨ ਕਰਨਾ, ਕੀਰਤਨ ਸੁਣਨਾ, ਇਹ ਧਰਮ ਦੇ ਅੰਗ ਨੇ। ਕਰੋੜਾਂ ਰੁਪਈਆ ਲਾ ਕੇ ਬਿਲਡਿੰਗਾਂ ਗੁਰਦੁਆਰਿਆਂ ਦੀਆਂ ਬਣਾ ਲਈਆਂ, ਤੇ ਕੋਈ 10-20 ਹਜ਼ਾਰ ਦੇ ਅੰਦਰ ਕੋਈ ਸਾਜੋ ਸਮਾਨ ਨਹੀਂ ਰੱਖਿਆ, ਕੋਈ ਬਹਿ ਕੇ ਕੀਰਤਨ ਵੀ ਕਰ ਲਵੇ। ਏਡੀਆਂ ਕਰੋੜਾਂ ਬਿਲਡਿੰਗਾਂ ਕਿਸ ਕੰਮ ਭਾਈ, ਜੇ ਤੁਸੀਂ ਬੈਠ ਕੇ ਕੀਰਤਨ ਨਹੀਂ ਅੰਦਰ ਕਰਨਾ ਤਾਂ। ਵੱਡੀ ਸਾਰੇ ਗੋਲਕ ਰੱਖ ਲੈਂਦੇ ਨੇ, ਤੇ ਰਬਾਬ ਕਿੱਥੇ ਗਈ ਗੁਰਦੁਆਰੇ ਦੀ? ਗੋਲਕ ਤਾਂ ਰੱਖ ਲਈ ਹੈ, ਤੇ ਰਬਾਬ ਕਿਹਨੇ ਰੱਖਣੀ ਹੈ? ਰਬਾਬ ਤੋਂ ਹੀ ਰੱਖੂਗਾ ਨਾ ਜਿਹੜਾ ਬਾਣੀ ਨਾਲ ਜੁੜਿਆ ਹੈ। ਜਿਹੜਾ ਜੁੜਿਆ ਹੀ ਬੋਤਲ ਨਾਲ, ਉਹਨੇ ਕੀ ਕਰਨੀ ਰਬਾਬ? ਰਬਾਬ ਦੀ ਲੋੜ ਉਹਨੂੰ ਪਊ ਨਾ ਜਿਹਨੇ ਗੁਰੂ ਨੂੰ ਜੁੜਨਾ ਜਾਂ ਗੁਰੂ ਜਪਣਾ। ਜਿਹਨੇ ਸ਼ਰਾਬ ਬੋਤਲ ਫੜਨੀ, ਉਹਨੇ ਰਬਾਬ ਕੀ ਕਰਨੀ ਹੈ? ਨਹੀਂ। ਮਹਾਰਾਜ ਕਿਰਪਾ ਕਰਨ, ਅਸੀਂ ਆਪਣੇ ਗੁਰਦੁਆਰਿਆਂ ਨਾਲ ਜੁੜੀਏ, ਗੁਰੂ ਨਾਲ ਜੁੜੀਏ, ਤਾਂ ਹੀ ਸਾਡੇ ਇਹ ਦਿਹਾੜੇ ਮਨਾਏ ਸਫਲੇ ਆ ਭਾਈ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਕਲਯੁਗ ਦਾ ਸਮਾਂ ਹੈ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨਾਂ ਰੋਗ ਰਜਾਈਆਂ ਦਾ ਓਢਣ। ਮਹਾਰਾਜ ਕਹਿੰਦੇ ਜਿਹੜੀਆਂ ਤੁਸੀਂ ਰਜਾਈਆਂ ਜਿਹੀਆਂ ਲੈ ਕੇ ਬੈਠੇ ਹੋਏ ਨਾ, ਇਹ ਰੋਗ ਵਾ ਤੁਹਾਨੂੰ ਚਿੰਬੜਿਆ। ਉੱਦਾਂ ਤਾਂ ਵੈਸੇ ਅੱਜ ਦਾ ਮਨੁੱਖ ਬਹੁਤ ਰੋਗੀ ਹੋ ਗਿਆ। ਰੋਗੀ ਕਿਉਂ ਹੋ ਗਿਆ? ਭੋਗੀ ਹੋ ਗਿਆ, ਪਦਾਰਥਾਂ ਪਿੱਛੇ ਪੈ ਗਿਆ। ਭੋਗੰ ਤਾਂ ਰੋਗੰ। ਬਾਹਰ ਕਹਿੰਦੇ ਤੁਸੀਂ ਪਦਾਰਥਾਂ ਪਿੱਛੇ ਤੁਰ ਗਏ ਨਾ, ਤੁਸੀਂ ਰੋਗੀ ਹੋ ਜਾਣਾ ਜੀ। ਤੇ ਮਹਾਰਾਜ ਕਹਿੰਦੇ ਉਹਨਾਂ ਰੋਗਾਂ ਵਿੱਚੋਂ ਆ ਜਿਹੜੀ ਰਜਾਈ ਲੈ ਕੇ ਬੈਠਾ, ਇਹ ਵੀ ਇੱਕ ਵੱਡਾ ਰੋਗ ਵਾ। ਇਹਨੇ ਦਲਿੱਦਰ ਪੈਦਾ ਕਰਨਾ, ਇਹਨੇ ਤੈਨੂੰ ਰੱਬ ਤੱਕ ਪਹੁੰਚਣ ਨਹੀਂ ਦੇਣਾ। ਆ ਰਜਾਈ ਨੇ ਨਹੀਂ ਪਹੁੰਚਣ ਦੇਣਾ ਰੱਬ ਤੱਕ ਤੈਨੂੰ। ਪੁਰਾਣੇ ਸਾਧੂ ਮਹਾਤਮਾ ਜਿਹੜੇ ਹੁੰਦੇ ਸੀ ਨਾ, ਉਹ ਬਹੁਤੀਆਂ ਮੋਟੀਆਂ ਰਜਾਈਆਂ ਨਹੀਂ, ਕੰਬਲ ਮਾੜਾ ਮੋਟ ਰੱਖਦੇ ਹੁੰਦੇ ਸੀ। ਉਹਨਾਂ ਨੂੰ ਪਤਾ ਵੀ ਜਿੰਨੀ ਮੋਟੀ ਰਜਾਈ ਉੱਤੇ ਲੈ ਲਈ ਨਾ, ਉਹ ਏਡਾ ਹੀ ਵੱਡਾ ਦਲਿੱਦਰ ਪੈ ਜਾਣਾ, ਇਹਨੇ ਅੰਮ੍ਰਿਤ ਵੇਲੇ ਉੱਠਣ ਨਹੀਂ ਦੇਣਾ। ਇਹ ਰਜਾਈ ਨਹੀਂ ਹੈ, ਦਲਿੱਦਰ ਵਾ। ਤੇ ਮਹਾਰਾਜ ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਇਹ ਪਰਮੇਸ਼ਰ ਤੈਨੂੰ ਭੁੱਲ ਕੇ ਤੇ ਰਜਾਈਆਂ ਉੱਤੇ ਲੈ ਕੇ ਜਿਹੜੇ ਪਏ ਹੋਏ ਵਿਅਕਤੀ ਹੈ ਨਾ, ਇਹ ਰੋਗੀ ਨੇ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਤੇ ਬੰਦਿਆ ਤੂੰ ਯਾਦ ਰੱਖੀ, ਰਜਾਈਆਂ ਨਹੀਂ, ਤੂੰ ਆਪਣੇ ਆਲੇ ਦੁਆਲੇ ਨਾਗਾਂ ਨੂੰ ਵਲੇਟ ਕੇ ਬੈਠਾ ਹੋਇਆ ਵਾ, ਦਲਿੱਦਰ ਪਾ ਕੇ ਬੈਠਾ ਹੋਇਆ। ਤੇ ਦਲਿੱਦਰ ਹੀ ਵੱਡੀ ਰੁਕਾਵਟ ਆ ਧਿਆਨ ਸਾਧਨਾ, ਨਾਮ ਸਾਧਨਾ, ਸੰਗਤ ਚ। ਕਿਉਂ ਨਹੀਂ ਲੋਕੀ ਉੱਠ ਕੇ ਆਉਂਦੇ ਸਵੇਰੇ? ਰਜਾਈ ਛੱਡਣ ਨੂੰ ਜੀ ਨਹੀਂ ਕਰਦਾ। ਤੇ ਬੁਰੇ ਕਾਮ ਕੋ ਊਠ ਖਲੋਇਆ,
ਨਾਮ ਕੀ ਬੈਲਾ ਨਾਮ ਕੀ ਬੇਲਾ ਪੈ ਪੈ ਸੋਇਆ। ਇਹਨਾਂ ਮਹੀਨੇ 'ਚ ਦਲਿੱਦਰ ਵੀ ਬਹੁਤ ਵੱਡਾ ਹਣਖ ਪੈ ਜਾਂਦਾ, ਤੇ ਉਹਨਾਂ ਦਲਿੱਦਰਾਂ ਵਿੱਚੋਂ ਰਜਾਈ ਵੱਡਾ ਦਲਿੱਦਰ ਵਾ। ਇਹਨੂੰ ਅਫਲਾਤੂਨ ਦੀ ਭੈਣ ਧੀ ਕਹਿੰਦੇ ਨੇ ਰਜਾਈ ਨੂੰ, ਨਿਹੰਗ ਸਿੰਘ। ਤੇ ਮੈਂ ਕਹਿ ਰਿਹਾ ਸੀ ਪੁਰਾਣੇ ਸਾਧੂ ਮਹਾਤਮਾ ਜਿਹੜੇ ਉਹ ਬਹੁਤੀਆਂ ਰਜਾਈਆਂ ਨਹੀਂ ਰੱਖਦੇ ਡੇਰਿਆਂ 'ਚ, ਮਾੜਾ ਮੋਟ ਇੱਕ ਅੱਧਾ ਕੰਬਲ ਰੱਖਣਾ, ਤਾਂ ਕਿ ਅੱਧੀ ਰਾਤ ਤੱਕ ਜਿਹੜਾ ਮਾੜਾ ਮੋਟ ਨਿੱਘ ਰਵੇ, ਅੱਧੀ ਰਾਤ ਤੋਂ ਬਾਅਦ ਸਰੀਰ ਠਰੇ ਤੇ ਇਹਨੂੰ ਫਿਰ ਪਾਣੀ 'ਚ ਸੁੱਟੀਏ। ਹੁਣ ਤੇ ਉਦੋਂ ਖੂਹਾਂ 'ਚ ਸੁੱਟ ਦਿੰਦੇ ਸੀ ਠੰਡੇ ਪਾਣੀ 'ਚ ਸਰੀਰ ਨੂੰ, ਹੁਣ ਤਾਂ ਗੀਜ਼ਰ ਲੱਗੇ ਹੋਏ ਨੇ, ਤਾਂ ਵੀ ਕੋਈ ਨਹੀਂ ਉੱਠ ਕੇ ਅੰਮ੍ਰਿਤ ਵੇਲੇ ਨਹਾ ਕੇ ਗੁਰੂਦਾਰ ਆਉਂਦਾ। ਏਡਾ ਵੱਡਾ ਦਲਿੱਦਰ ਪੈ ਗਿਆ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਦਲਿੱਦਰ ਦੂਰ ਹੋਵੇ, ਗੁਰੂ ਕੇ ਚਰਨਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।